हाँ जी, सत श्री अकाल सारिਆਂ ਨੂੰ। KPS ਦੇ फ्री प्रिपरेशन ਦੇ ਅੰਦਰ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਇਹੀ ਲੈਕਚਰ 100% ਫ੍ਰੀ ਆਫ ਕਾਸਟ ਵੈਬਸਾਈਟ ਤੇ ਵੀ ਹੈ, ਜਿਹਦੇ ਨਾਲ ਕੁਝ ਟਾਈਮ ਬਾਅਦ ਤੁਹਾਡੇ ਟੈਸਟ ਵੀ ਨੇ। ਠੀਕ ਹੈ, ਸਾਰਾ ਜਿਵੇਂ ਜਿਵੇਂ ਆਪਾਂ ਪੋਲਿਟੀ ਦੀ ਜੀਓਗ੍ਰਾਫੀ ਦੀ NCERT ਖਤਮ ਕਰਾਂਗੇ ਫਿਰ ਉਹਦਾ ਟੈਸਟ ਹੈ, ਤੇ ਇਹ ਸਾਰੀ ਚੀਜ਼ਾਂ 100% ਫ੍ਰੀ ਹੈ। ਤਾਂ ਅੱਜ ਹੀ ਵੈਬਸਾਈਟ ਤੇ ਜਾ ਕੇ ਇਹ ਸਾਰੀ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰੋ। ਠੀਕ ਹੈ, ਫ੍ਰੀ प्रिपरेशन ਤੇ ਉੱਤੇ ਕਲਿੱਕ ਕਰਕੇ ਇਸ ਚੀਜ਼ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ। ਤਾਂ ਸ਼ੁਰੂਆਤ ਕਰਦੇ ਹਾਂ ਡੇ 2 NCERT ਪੋਲਿਟੀ ਦੇ ਲੈਕਚਰ 1 ਦੀ। ਅੱਜ ਆਪਾਂ NCERT ਪੋਲਿਟੀ ਸ਼ੁਰੂ ਕਰ ਰਹੇ ਹਾਂ। ਠੀਕ ਹੈ, ਆਪਣਾ ਮੇਨ ਮਕਸਦ ਇੱਥੇ ਹੈਗਾ ਕਿ ਆਪਾਂ ਸਾਰੇ ਦੀ ਸਾਰੇ ਬੇਸ ਇੱਥੇ ਕਲੀਅਰ ਕਰ ਸਕੀਏ, ਤਾਂ ਕਿ ਜਦੋਂ ਆਪਾਂ NCERT ਦੀ ਮੇਨ ਕਿਤਾਬ ਪੜ੍ਹਨ ਲੱਗਾਂਗੇ ਆਪਾਂ ਨੂੰ ਸਾਰੇ ਬੇਸ ਆਂਦਾ ਹੋਵੇ, ਚੰਗੀ ਤਰ੍ਹਾਂ ਆਪਾਂ ਪੜ੍ਹ ਸਕੀਏ। ਉਹ ਸਾਰੀ ਚੀਜ਼ ਨਾਲ ਸ਼ੁਰੂ ਕਰਦੇ ਹੋਏ ਦੇਖੋ, ਸਭ ਤੋਂ ਪਹਿਲਾਂ ਜਿਹੜਾ ਸਵਾਲ ਉੱਠਦਾ ਹੈ ਕਿ ਆਪਾਂ ਨੂੰ ਇਹ ਸਾਰੀ ਰਾਜਨੀਤੀ, ਸਾਰਾ ਜਿਹੜਾ ਆਪਾਂ ਸੈਟਅਪ ਤਿਆਰ ਕੀਤਾ, ਸਰਕਾਰ ਕਿੱਦਾਂ ਬਣੂਗੀ, ਕੌਣ ਹੋਣਾ ਚਾਹੀਦਾ, ਕਿੱਦਾਂ ਹੋਣਾ ਚਾਹੀਦਾ, ਇਹ ਤੋਂ ਪਹਿਲਾਂ ਰਾਜੇ ਵੀ ਰਹੇ ਆ, ਇਹ ਸਾਰਿਆਂ ਦੀ ਲੋੜ ਹੀ ਕਿਉਂ ਪਈ? ਆਪਾਂ ਬਿਨਾਂ ਇਹਨਾਂ ਦੇ ਵੀ ਤਾਂ ਰਹਿ ਸਕਦੇ ਸੀ, ਆਪਾਂ ਨੂੰ ਇਹ ਸਾਰਾ ਕੁਝ ਬਣਾਉਣ ਦੀ ਲੋੜ ਹੀ ਕਿਉਂ ਪਈ? ਇਹ ਸਾਰੀ ਚੀਜ਼ ਦੀ ਲੋੜ ਇੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਆਪਾਂ ਇੱਕ ਸਮਾਜ ਵਿੱਚ ਰਹਿੰਦੇ ਹਾਂ। ਦੇਖੋ, ਜਦ ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਸਮਾਜ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਲਾ ਲਓ ਕਿ ਸਮਾਜ ਨਾਲ ਬਰਾਬਰ ਨਹੀਂ ਆਪਣਾ। ਜੇ ਤੁਸੀਂ ਆਪਣੇ ਆਪ ਨੂੰ ਕਿਸੇ ਤੋਂ ਉੱਤੇ ਸਮਝਦੇ ਹੋ ਤਾਂ ਤੁਸੀਂ ਕਿਸੇ ਹੋਰ ਨੂੰ ਆਪਣੇ ਤੋਂ ਥੱਲੇ ਸਮਝ ਰਹੇ ਹੋ, ਜਾਂ ਤੁਸੀਂ ਕਿਸੇ ਹੋਰ ਨੂੰ ਇਦਾਂ ਦੇਖ ਰਹੇ ਹੋ ਕਿ ਯਾਰ ਉਸ ਬੰਦੇ ਕੋਲੇ ਕਿੰਨਾ ਪੈਸਾ, ਉਸ ਬੰਦੇ ਕੋਲੇ ਕਿੰਨਾ ਫੇਮ ਹੈ, ਠੀਕ ਹੈ, ਉਹ ਬੰਦਾ ਤਾਂ ਬਹੁਤ ਵੱਡਾ ਹੈ, ਤਾਂ ਤੁਸੀਂ ਆਪਣੇ ਆਪ ਨੂੰ ਥੱਲੇ ਰੱਖ ਰਹੇ ਹੋ। ਜੇ ਤੁਹਾਡੇ ਨਾਲ ਕੋਈ ਗਲਤ ਵਿਵਹਾਰ ਕਰ ਰਿਹਾ ਤਾਂ ਉਹ ਤੁਹਾਨੂੰ ਥੱਲੇ ਕਰ ਰਹੇ ਆ। ਕਿਸੇ ਵੀ ਤਰੀਕੇ ਨਾਲ ਸਮਾਜ ਬਰਾਬਰ ਨਹੀਂ ਰਹਿ ਪਾਉਂਦਾ, ਕਦੀ ਵੀ ਨਹੀਂ ਰਹਿ ਪਾਉਂਦਾ, ਇਤਿਹਾਸ ਵਿੱਚ ਹੀ ਕਦੀ ਬਰਾਬਰ ਨਹੀਂ ਰਿਹਾ। ਠੀਕ ਹੈ, ਘੁੰਮ ਫਿਰ ਕੇ ਉੱਥੇ ਆ ਜਾਂਦਾ, ਆਪਾਂ ਜਿੱਥੇ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਏ ਘੁੰਮ ਫਿਰ ਕੇ ਉੱਥੇ ਆ ਜਾਂਦਾ। ਇਸ ਚੀਜ਼ ਕਾਰਨ ਕੀ ਹੁੰਦਾ, ਆਪਣੇ ਸਮਾਜ ਦੇ ਅੰਦਰ ਪੈਦਾ ਹੋ ਜਾਂਦੀਆਂ ਮਤਲਬ ਅਸਮਾਨਤਾ ਤਾਂ ਆ ਗਈਆਂ। ਅਸਮਾਨਤਾ ਦੇ ਕਾਰਨ ਫਿਰ ਕੀ ਹੁੰਦਾ, ਆਪਣੇ ਲੋਕਾਂ ਨਾਲ ਵਿਤਕਰਾ ਵਿਵਹਾਰ ਹੋਣ ਲੱਗ ਜਾਂਦਾ, ਯਾਨੀ ਕਿ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਣ ਲੱਗ ਜਾਂਦੀ ਹੈ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ। ਹੁਣ ਜਦੋਂ ਆਪਾਂ ਕਿਸੇ ਹੋਰ ਨਾਲ ਵਿਤਕਰਾ ਜਾਂ ਵਿਵਹਾਰ ਕਰਦੇ, ਆਪਾਂ ਕਿਸੇ ਵੀ ਚੀਜ਼ ਉੱਤੇ ਕਰ ਸਕਦੇ ਹਾਂ। ਦੇਖੋ, ਆਪਾਂ ਕਿਸੇ ਨੂੰ ਸ਼ਾਇਦ ਉਹ ਬੰਦਾ ਕਿਹੜਾ ਧਰਮ ਮੰਨਦਾ ਉਹਦੇ ਤੇ ਆਪਾਂ ਉਹਨੂੰ ਡਿਸਕ੍ਰਿਮੀਨੇਟ ਕਰਨ ਲੱਗ ਗਏ ਆ, ਉੱਤੇ ਫਰਕ ਕਰਨ ਲੱਗ ਗਏ ਉਹਦੇ ਨਾਲ। ਸ਼ਾਇਦ ਜਿਵੇਂ ਆਪਣੇ ਇਤਿਹਾਸ ਵਿੱਚ, ਭਾਰਤ ਦੇ ਇਤਿਹਾਸ ਵਿੱਚ ਤਾਂ ਖਾਸ ਕਰ ਜਾਤ ਉੱਤੇ ਬਹੁਤ ਜ਼ਿਆਦਾ ਗਲਤ ਵਿਵਹਾਰ ਹੁੰਦਾ ਆਇਆ, ਉਹਦੇ ਉੱਤੇ ਤਾਂ ਉਹ ਵੀ ਇੱਕ ਤਰੀਕੇ ਨਾਲ ਸਮਾਜ ਨੇ ਹੀ ਸ਼ੁਰੂ ਕੀਤਾ ਸੀ। ਤਾਂ ਇਸ ਕਾਰਨ ਇਹਦੇ ਇਲਾਵਾ ਅੱਜ ਵੀ ਆਪਾਂ ਇਹ ਚੀਜ਼ ਦਾ ਦੇਖਦੇ ਹਾਂ, ਮਰਦ ਤੇ ਔਰਤ ਵਿੱਚ ਅੱਜ ਵੀ ਸਮਾਜ ਵਿੱਚ ਬਰਾਬਰੀ ਨਹੀਂ ਹੈ। ਠੀਕ ਹੈ, ਬਹੁਤ ਸਾਰੀ ਕੁੜੀਆਂ ਨੂੰ ਬਾਹਰ ਪੜ੍ਹਨ ਜਾਣ ਦੀ ਆਜ਼ਾਦੀ, ਨੌਕਰੀ ਕਰਨ ਦੀ ਆਜ਼ਾਦੀ, ਇਹ ਸਾਰੀ ਚੀਜ਼ਾਂ ਨਹੀਂ ਕਰਨ ਦਿੰਦੇ, ਮਤਲਬ ਘਰੋਂ ਵੀ ਨਹੀਂ ਜਾਣ ਦਿੰਦੇ। ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਇਲਾਕੇ ਇੱਦਾਂ ਦੇ ਹੈਗੇ ਆ ਜਿੱਥੇ ਪੜ੍ਹਨਾ, ਨੌਕਰੀ ਕਰਨਾ, ਇਹ ਸਾਰੀ ਚੀਜ਼ਾਂ ਕੁੜੀਆਂ ਨੂੰ ਸੋਚਣਾ ਤੱਕ ਮਨਾ। ਤਾਂ ਲਿੰਗ ਦੇ ਉੱਤੇ ਵੀ ਆਪਾਂ ਗਲਤ ਵਿਵਹਾਰ ਕਰ ਸਕਦੇ ਹਾਂ। ਫਿਰ ਆਪਾਂ ਨਸਲ ਦੇ ਉਹ ਤੇ ਵੀ ਗਲਤ ਵਿਵਹਾਰ ਹੋ ਸਕਦਾ, ਜਿਵੇਂ ਆਪਾਂ ਅਮਰੀਕਾ ਦੀਆਂ ਬਹੁਤ ਵਾਰੀ ਖਬਰਾਂ ਸੁਣਦੇ ਆ, ਜਿਹੜੇ ਉੱਥੇ ਐਫਰੋ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ, ਜਿੰਨੇ ਵੀ ਕਾਲੇ ਨਸਲ ਦੇ ਲੋਕ ਹੈ, ਉਹਨਾਂ ਨਾਲ ਉੱਥੇ ਖਾਸ ਕਰ ਜਿਹੜੀ ਉੱਥੋਂ ਦੀ ਪੁਲਿਸ ਆ ਬਹੁਤ ਹੀ ਗਲਤ ਵਿਵਹਾਰ ਕਰਦੀ ਹੈ, ਉਹਨਾਂ ਦੀ ਲਿਟਰਲੀ ਜਾਨ ਤੱਕ ਲੈ ਲੈਂਦੀ ਹੈ, ਬਸ ਸ਼ੱਕ ਦੇ ਉੱਤੇ। ਬਸ ਗੋਲੀ ਚਲਾਉਣ ਲੱਗੇ ਸੋਚਦੇ ਨਹੀਂ ਹੈ ਜਦੋਂ ਅੱਗੇ ਕਾਲਾ ਬੰਦਾ ਹੋਵੇ। ਤੇ ਇਸ ਕਾਰਨ ਉਹ ਨਸਲ ਉੱਤੇ ਖਾਸ ਕਰ ਬਹੁਤ ਜ਼ਿਆਦਾ ਭੇਦਭਾਵ ਕਰਦੇ ਆ। ਇਸ ਤੋਂ ਬਾਅਦ ਕਿਸੇ ਨਾਲ ਉਸ ਬੰਦੇ ਦੇ ਆਰਥਿਕ ਹਾਲਾਤਾਂ ਉੱਤੇ ਵੀ ਆਰਥਿਕ ਹਾਲਾਤਾਂ ਉੱਤੇ ਵੀ ਆਪਾਂ ਕਈ ਵਾਰੀ ਭੇਦਭਾਵ ਕਰ ਜਾਂਦੇ। ਜਿਵੇਂ ਕਈ ਵਾਰੀ ਸੜਕਾਂ ਤੇ ਆਮ ਹੀ ਦੇਖਣ ਨੂੰ ਲੱਗਦਾ ਕਿ ਕਿਸੇ ਬੰਦੇ ਦੀ ਗੱਡੀ ਦੇ ਪਿੱਛੇ ਮੰਨ ਲਓ ਕੋਈ ਮਹਿੰਗੀ ਗੱਡੀ ਵਾਲਾ ਗੱਡੀ ਠੋਕ ਗਿਆ, ਬੰਦਾ ਉੱਤਰ ਕੇ ਉਹਦੇ ਨਾਲ ਆਰਾਮ ਨਾਲ ਗੱਲ ਕਰਨ ਲੱਗ ਜਾਂਦਾ, ਪਰ ਉਹੀ ਕਿਸੇ ਸਾਈਕਲ ਜਾਂ ਆਟੋ ਵਾਲੇ ਤੋਂ ਠੁੱਕਿਆ, ਨਾਲ ਦੀ ਨਾਲ ਬੰਦਾ ਉਹਨੂੰ ਕੁੱਟਣ ਲੱਗ ਜਾਂਦਾ। ਕਿਉਂ? ਕਿਉਂਕਿ ਉਹਨੂੰ ਪਤਾ ਇਹਦਾ ਜ਼ੋਰ ਨਹੀਂ ਚੱਲਣਾ, ਤਾਂ ਉਹ ਵੀ ਆਪਣਾ ਜ਼ਿਆਦਾ ਜ਼ੋਰ ਦਿਖਾਉਂਦੇ ਆ। ਇਹ ਵੀ ਗਲਤ ਵਿਵਹਾਰ ਦਾ ਤਰੀਕਾ ਹੈ ਜਿਹੜਾ ਆਪਣੇ ਸਮਾਜ ਵਿੱਚ ਐਗਜ਼ਿਸਟ ਕਰਦਾ ਹੈ। ਇਹੀ ਚੀਜ਼ਾਂ ਨੂੰ ਰੋਕਣ ਲਈ ਆਪਾਂ ਨੂੰ ਲੋੜ ਪਈ
समाज के कारण ही अपन लोड़ पैंदी है एक राजनीतिक सैटअप बनाने की। ठीक है, कोई ना कोई अपन नू राजनीतिक सोच अपनानी पैनी है, ते इसे तो ही अपना सिस्टम बनूगा हर चीज का। ठीक है, हुण जब आप ये राजनीति चीज आप बनाने क्यों आ, ताकि कोई ना कोई अपने नियम बनाए जा सकन जिन्हां दे द्वारा इस समाज नू काबू करके रखा जा सके, ताकि यह लोगों नाल जिन्ना गलत व्यवहार हो रहा, होर भी चीज़ां हो सकती जिन्हां ते गलत व्यवहार हो रहा, ये सारी चीज़ां ना हो। ठीक है, तो हुण ये सारी चीज मतलब क्यों इदा क्यों आ कि आप व्यवहार गलत करते हैं या अपने समाज में इदा क्यों आ। देखो एक ना बहुत पहला एक साइंटिफिक खोज मतलब साइंटिफिक रिसर्च की गई। रिसर्च ये सी कि जिथे भी 150 तो ज्यादा मनुख इकट्ठे हो जाएंगे ना, आप किते भी 150 मनुख इकट्ठे हो गए, ठीक है, 150 मनुखों का आप इकट्ठ कर लिया, तो उत्थे कोई ना कोई न्याय व्यवस्था नहीं हैगी, उत्थे कोई ना कोई कानून नहीं हैगे, तो होगा कि आप कदी ना कदी 150 लोगों चो कोई ना कोई आपस लड़ पऊगा, लड़ाई हो जाऊगी, जिहदे कारण आप एडे वड्डे ग्रुप च रह नहीं पाते। पर जदों हुण आप चलानी 135 करोड़ लोगों की पॉपुलेशन है, अपना देश 135 करोड़, हुण तो 140 अगला सेंसस आऊगा 140 करोड़ भी टप चुके होंगे आप, 135 करोड़ पिछले उहदे अकॉर्डिंग, चलो 135 करोड़ का जिहड़ा सेंसस अपन कहना 135 करोड़ लोगों का आप देश किद्दां चलावांगे। यही चीज़ां कारण मतलब हमेशा तो चलो अपनी आबादी हुण इन्नी वधी है, पर यह लड़ाई ये इन्ने लोगों को एक जगह ते इकट्ठे रखण लई ही हमेशा आपां नूं कोई ना कोई सिस्टम की लोड़ पई है। ते इस सिस्टम नूं जदों आपां बना लैंदे आ, उही बनदी है अपनी कानून अते व्यवस्था उत्थे। ठीक है, ठीक है, यही चीज़ां करन कारण देखो आप हुण जिहड़ा लोकतंत्र है, तो हुणे आप इह च रहण लगे आ, पर इदों पहलां आप राजिਆਂ ਨੂੰ ਲੈ के ही ਜਿਹੜੇ ਆਪਣੇ इदों पहलां राजिਆਂ ਦੇ अंडर भी आप रहे ਆ, ਉਹਦੇ ਕਾਰਨ ਉਹਨਾਂ ਨੂੰ ਵੀ ਆਪਾਂ ਇਸੇ ਲਈ ਚੁਣਦੇ ਹੁੰਦੇ ਸੀ, ਕਿਉਂਕਿ ਇੱਕ ਜਿਹੜਾ ਰਾਜਾ ਸੀ, ਰਾਜਾ ਕੀ ਕਰੂਗਾ, ਹਮੇਸ਼ਾ ਕੋਈ ਨਾ ਕੋਈ ਨਿਯਮ ਬਣਾਊਗਾ, ਫਿਰ ਉਹਨਾਂ ਨੂੰ ਲਾਗੂ ਵੀ ਕਰਵਾਊਗਾ। ਹੁਣ ਜਦੋਂ ਨਿਯਮ ਬਣਾਏ, ਲਾਗੂ ਕਰਵਾਏ, ਲੋਕਾਂ ਦੀ ਭਲਾਈ ਲਈ ਜੇ ਕਾਨੂੰਨ ਹੋਣਗੇ, ਜਿਹੜਾ ਬੰਦਾ ਨਹੀਂ ਮੰਨੂਗਾ ਉਹਨੂੰ ਫਿਰ ਸਜ਼ਾ ਵੀ ਮਿਲੂਗੀ। तो इस तरीके नाल अपना पूरी दी पूरी कानूनी व्यवस्था बह सकती है। ठीक है, तो यही अपनी कानूनी व्यवस्था इत्थे सेट हो सकती है। इसलिए आप राजिਆਂ ਨੂੰ ਪਹਿਲਾਂ चुनना शुरू किया सी, पर राजिਆਂ ਦੀ एक बहुत वड्डी ਜਿਹੜੀ प्रॉब्लम है वो ये है कि जब भी आप राजिਆਂ ਨੂੰ चुनते हैं, राजिਆਂ ਨਾਲ ਆਪਾਂ ਨੂੰ तकलीफ की आने के चांस होंगे है। एक राजा शायद कल तानाशाह बन जाए, हुण ये आपां गारंटी तो नहीं दे सकते। अज लेट्स सपोज तुसीं कोई एक राजा चुनिया, राजे नूं तुसीं ये सोच के चुनिया कि ये बंदा अपना भलाई करूगा, ये बंदा अपना चंगा ही करूगा, ठीक है, ये बंदे ने कानून बनाए है सब कुछ, पर कल यही बंदा अपना तानाशाह बन जाए, फिर आपां की कर लांगे, अगले कोले पावर भी देती, सब कुछ देती। ਤੇ ਇਹ ਬਹੁਤ ਸਾਰੇ ਰਾਜਿਆਂ ਨਾਲ ਹੋਇਆ ਵੀ। ਦੇਖੋ ਕਿਉਂਕਿ ਆਪਾਂ ਜਦੋਂ ਇੱਕ ਬੰਦੇ ਨੂੰ ਇੰਨੀ ਜ਼ਿਆਦਾ ਪਾਵਰ ਦੇ ਦਿੰਦੇ ਆ, ਉਹੀ ਬੰਦਾ ਕਾਨੂੰਨ ਬਣਾ ਰਿਹਾ, ਉਹੀ ਬੰਦਾ ਸਾਰੇ ਫੈਸਲੇ ਲੈ ਰਿਹਾ, ਉਹ ਬੰਦੇ 'ਚ ਕਿਤੇ ਨਾ ਕਿਤੇ ਘਮੰਡ ਆ ਹੀ ਜਾਊਗਾ। ਉਹ ਘਮੰਡ ਆਊਗਾ, ਉਹ ਉਸ ਚੀਜ਼ ਦਾ ਫਾਇਦਾ ਚੱਕਣ ਲੱਗੂਗਾ, ਉਸ ਚੀਜ਼ ਦਾ ਫਾਇਦਾ ਚੱਕਣ ਲੱਗੂਗਾ ਤਾਂ ਫਿਰ ਕਿਸੇ ਨਾ ਕਿਸੇ ਨਾਲ ਬੁਰਾ ਕਰੂਗਾ ਹੀ ਕਰੂਗਾ। ਇਸੇ ਲਈ ਆਪਾਂ ਨੂੰ ਲੌਂਗ ਟਰਮ 'ਚ ਕੋਈ ਜ਼ਿਆਦਾ ਬੈਟਰ ਤਰੀਕੇ ਕਿ ਕਿੱਦਾਂ ਸਰਕਾਰਾਂ ਬਣਾਈਆਂ ਜਾ ਸਕਦੀਆਂ, ਕਿੱਦਾਂ ਦਾ अपना पूरा सिस्टम होना चाहिए, ये बारे अपन सोचना पे। ये करने तो पहला ये इस चीज ना आपां डिटेल सॉरी ये चीज ना आपां डिटेल नाल करांगे। सब तो पहला आपां दो इत्थे टर्मिनोलॉजी पढ़ ली, कभी पेपर च अपन यूज करनी पैण। एक तो हैगा
ਪੱਖਪਾਤ ਕੀ ਹੁੰਦਾ ਹੈ ਤੇ ਦੂਜਾ ਸਟੀਰੀਓਟਾਈਪ ਕੀ ਹੁੰਦਾ ਹੈ। ਪੱਖਪਾਤ ਕੀ ਹੁੰਦਾ ਤੇ ਸਟੀਰੀਓਟਾਈਪ ਕੀ ਹੁੰਦਾ। ਹੁਣ ਇਹ ਦੋ ਚੀਜ਼ਾਂ ਕੀ ਹੈ, ਦੇਖੋ ਸਭ ਤੋਂ ਪਹਿਲਾਂ ਪੱਖਪਾਤ ਦੀ ਗੱਲ ਕਰੀਏ। ਆਪਣੇ ਨਾ ਦਿਮਾਗ 'ਚ ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਮੈਂ ਤੁਹਾਨੂੰ ਹੁਣੇ ਦਿਖਾਊਂਗਾ ਆਪਣੇ ਦਿਮਾਗ 'ਚ ਕਿੱਦਾਂ ਸਮਾਜ ਨੇ ਪਹਿਲਾਂ ਤੋਂ ਹੀ ਭੇਦਭਾਵ ਨਾ ਆਪਣੇ ਦਿਮਾਗ 'ਚ ਫੀਡ ਕਰਤਾ। ਇਹ ਇੱਥੇ ਆਪਾਂ ਨੂੰ ਖੁਦ ਹੀ ਦਿਖੂਗਾ, ਠੀਕ ਹੈ। ਹੁਣ ਦੇਖੋ ਪੱਖਪਾਤ ਉਦੋਂ ਹੁੰਦਾ ਜਦੋਂ ਆਪਾਂ ਕਿਸੇ ਨੂੰ ਬਿਨਾਂ ਜਾਣੇ ਪਹਿਲਾਂ ਹੀ ਪੂਰਨ ਜੱਜ ਕਰ ਲੈਂਦੇ ਆ ਕਿ ਇਹ ਬੰਦਾ ਕਿੱਦਾਂ ਦਾ ਹੋਊਗਾ, ਬਿਨਾਂ ਉਹਨੂੰ ਹਜੇ ਮਿਲੇ ਜਾਣੇ ਕੁਝ ਵੀ, ਪਹਿਲਾਂ ਹੀ ਉਹਨੂੰ ਜੱਜ ਕਰ ਲੈਣਾ, ਠੀਕ ਹੈ। ਹੁਣ ਇਹ ਕਿੱਦਾਂ ਹੋ ਗਿਆ, ਆਪਾਂ ਹੁਣ ਜਿਵੇਂ ਤਿੰਨ ਲੋਕਾਂ ਦਾ ਐਗਜ਼ਾਮਪਲ ਲੈਣੇ ਆ, A B ਤੇ C। ਆ ਤਿੰਨ ਲੋਕ ਸੀ। ਇੱਕ ਮੰਨ ਲਓ ਤੁਸੀਂ ਇੱਕ ਬੰਦਾ ਭਾਰਤੀ ਆ, ਹੁਣ ਦੇਖੋ ਦਿਮਾਗ 'ਚ ਆਪਣੇ ਕਿੱਦਾਂ ਫੀਡ ਹੋਇਆ ਹੋਇਆ, ਇੱਕ ਬੰਦਾ ਚੀਨੀ ਹੈ ਤੇ ਇੱਕ ਆਪਣਾ ਅਫਰੀਕਨ ਹੈ, ਠੀਕ ਹੈ। ਹੁਣ ਇਹ ਤਿੰਨੋਂ ਬੰਦੇ ਇਮੇजिन ਕਰੋ, ਇਹ ਤੁਹਾਡੇ ਤਿੰਨੋਂ ਬੰਦੇ ਤੁਹਾਡੇ ਸਾਹਮਣੇ ਚੱਲਦੇ ਆ ਰਹੇ ਆ। ਇੱਕ ਭਾਰਤੀ ਚੱਲਦਾ ਆ ਰਿਹਾ, ਭਾਰਤ ਦਾ ਬੰਦਾ ਚੱਲਦਾ ਆ ਰਿਹਾ, ਇੱਕ ਚੀਨੀ ਚੱਲਦਾ ਆ ਰਿਹਾ ਤੇ ਇੱਕ ਤੁਹਾਡਾ ਅਫਰੀਕਾ ਤੋਂ ਆਇਆ ਹੋਇਆ ਬੰਦਾ ਚੱਲਦਾ ਆ ਰਿਹਾ। ਹੁਣ ਜੇ ਮੈਂ ਤੁਹਾਨੂੰ ਸਵਾਲ ਪੁੱਛਾਂ, ਬਸ ਖੜੇ ਖੜੇ ਤੁਸੀਂ ਤੇ ਮੈਂ ਖੜੇ ਹਾਂ, ਮੈਂ ਤੁਹਾਨੂੰ ਸਵਾਲ ਪੁੱਛਾਂ ਕਿ ਇਹਨਾਂ ਵਿੱਚੋਂ ਕੀ ਲੱਗਦਾ ਕਿਹੜਾ ਬੰਦਾ ਅੱਜ ਨਹਾਤਾ ਨਹੀਂ ਹੋਊਗਾ। ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ, ਬਸ ਇਹਨਾਂ ਨੂੰ ਦੇਖ ਕੇ ਜੱਜ ਕਰਨਾ ਤੇ ਤੁਹਾਨੂੰ ਜੱਜ ਕਰਨਾ ਹੀ ਪੈਣਾ। ਤਾਂ ਤੁਹਾਨੂੰ ਖੁਦ ਪਤਾ ਹੈ, ਜ਼ਿਆਦਾਤਰ ਸਟੂਡੈਂਟਸ ਨੂੰ ਮੈਂ ਇੰਟਰੈਕਟ ਕਰਕੇ ਜਾਣਿਆ ਵੀ ਹੈ ਕਿ ਜ਼ਿਆਦਾਤਰ ਸਟੂਡੈਂਟਸ ਅਫਰੀਕੀ ਕਹਿੰਦੇ ਆ। ਹੁਣ ਦੇਖੋ ਤੁਸੀਂ ਬਿਨਾਂ ਕਿਸੇ ਨੂੰ ਜਾਣੇ ਪੂਰਨ ਜੱਜ ਕਰਤਾ, ਉਹਨੂੰ ਬਿਨਾਂ ਜਾਣੇ ਪੱਖਪਾਤ ਦਿਖਾਤਾ ਕਿ ਇਹ ਬੰਦਾ ਨਹਾਤਾ ਨਹੀਂ ਹੋਣਾ, ਠੀਕ ਹੈ। ਕਿਉਂਕਿ ਸਮਾਜ ਨੇ ਤਾਂ ਬਿਠਾਇਆ ਹੋਇਆ ਕਿ ਜਿਹੜੇ ਅਫਰੀਕਾ ਤੋਂ ਨਹਾਉਂਦੇ ਨਹੀਂ। ਚਾਹੇ ਜਿਹੜੇ ਬੰਦੇ ਨੂੰ ਹੁਣ ਤੁਸੀਂ ਮਿਲੋ, ਉਸ ਤੋਂ ਬਾਅਦ ਤੁਸੀਂ ਉਹਨੂੰ ਮਿਲੇ, ਤੁਹਾਨੂੰ ਪਤਾ ਚੱਲੇ ਉਹ ਦੁਨੀਆ ਦਾ ਸਭ ਤੋਂ ਸਫਾਈ ਪਸੰਦ ਇਨਸਾਨ ਹੈ, ਉਹ ਤਾਂ ਦਿਨ ਵਿੱਚ ਵੀ 3-3 ਵਾਰੀ ਨਹਾ ਰਿਹਾ, ਠੀਕ ਹੈ। ਇਹ ਤਾਂ ਭਾਰਤੀ ਸੀਗਾ ਜਿਹੜਾ ਨਹੀਂ ਨਹਾਤਾ। ਤਾਂ ਆਪਣੇ ਆਪ ਹੀ ਤੁਹਾਡੇ ਮਨ ਨੇ ਇੱਕ ਜਜਮੈਂਟ, ਹੋਰ ਕਿਸੇ ਤਰੀਕੇ ਦੀ ਜਜਮੈਂਟ ਲਗਾ ਲਓ, ਚਲੋ ਤੁਹਾਨੂੰ ਇਹਦੇ ਨਾਲ ਰਿਲੇਟਡ ਨਹੀਂ ਲੱਗੀ, ਇੱਕ ਹੋਰ ਸੁਣੀ ਹੋਊਗੀ ਤਾਂ ਉਹਦੇ ਨਾਲ ਜੋੜ ਲਓਗੇ। ਹੁਣ ਇਹੀ ਤਿੰਨੋਂ ਲੋਕ ਆ ਰਹੇ ਆ ਤੇ ਮੈਂ ਤੁਹਾਨੂੰ ਖੜੇ ਹੋ ਕੇ ਪੁੱਛਾਂ ਕਿ ਅੱਜ ਇਹਨਾਂ ਵਿੱਚੋਂ ਇੱਕ ਨੇ ਕੁੱਤੇ ਦਾ ਮਾਂਸ ਖਾਦਾ, ਤਾਂ ਇੱਕ ਕੁੱਤਾ ਮਰਿਆ, ਉਹਦਾ ਮਾਂਸ ਇਹਨਾਂ ਵਿੱਚੋਂ ਇੱਕੋ ਹੀ ਖਾ ਗਿਆ। ਤਾਂ ਮੈਂ ਤੁਹਾਨੂੰ ਕਹਾਂਗੀ ਦੱਸ ਕਿਹੜਾ ਬੰਦਾ ਹੋਊਗਾ ਜਿਹੜਾ ਤੈਨੂੰ ਲੱਗਦਾ ਕਿ ਇਹਨਾਂ ਵਿੱਚੋਂ ਕੁੱਤਾ ਖਾ ਸਕਦਾ। ਤਾਂ ਤੁਸੀਂ ਜੋ ਜ਼ਿਆਦਾਤਰ ਸਟੂਡੈਂਟਸ ਨੂੰ ਇੰਟਰੈਕਟ ਕਰਕੇ ਪਾਇਆ ਕਿ ਲੋਕ ਕਹਿੰਦੇ ਚੀਨੀ, ਚਾਹੇ ਆ ਬੰਦਾ ਬਿਲਕੁਲ ਹੀ ਸ਼ਾਕਾਹਾਰੀ ਹੋਵੇ, ਠੀਕ ਹੈ, ਕੋਈ ਮੀਟ ਕਿਸੇ ਟਾਈਪ ਦਾ ਮੀਟ ਚਿਕਨ ਕੁਝ ਵੀ ਨਾ ਖਾਂਦਾ ਹੋਵੇ ਇਹ, ਪਰ ਕਿਉਂਕਿ ਬਸ ਉਹ ਚੀਨੀ ਸੀ ਤੇ ਚੀਨੀਆਂ ਦੀ ਆਪਣੀ ਇਮੇਜ ਹੈ ਕਿ ਕੁਝ ਵੀ ਖਾ ਜਾਂਦੇ ਆ, ਤੁਸੀਂ ਚੱਕ ਕੇ ਇਹਨੂੰ ਹੀ ਮੰਨ ਲਿਆ ਕਿ ਆਹੀ ਬੰਦਾ ਹੋਊਗਾ। ਇਹ ਜਿਹੜਾ ਹੈਗਾ ਨਾ, ਇਹ ਪੱਖਪਾਤ ਹੈ। ਇਹ ਆਪਾਂ ਬਿਨਾਂ ਕਿਸੇ ਨੂੰ ਜਾਣੇ ਪਹਿਲਾਂ ਹੀ ਜੱਜ ਕਰ ਜਾਣਾ ਤੇ ਇਹ ਜਿਹੜੀ ਜਜਮੈਂਟ ਹੋਗੀ ਨਾ ਪੱਖਪਾਤ ਦੀ, ਇਹ ਹਮੇਸ਼ਾ ਨਕਾਰਾਤਮਕ ਹੋਊਗੀ। ਇਹਦਾ ਕੀ ਮਤਲਬ ਹੈ ਕਿ ਹਮੇਸ਼ਾ ਨੈਗੇਟਿਵ ਹੀ ਹੋਊਗੀ, ਠੀਕ ਹੈ। ਕਿਸੇ ਨੂੰ ਹਮੇਸ਼ਾ ਨੈਗੇਟਿਵ ਜੱਜ ਹੀ ਕਰਨਾ, ਇਹ ਪੱਖਪਾਤ ਹੈ। ਅਗਲਾ ਹੈਗਾ ਸਟੀਰੀਓਟਾਈਪ। ਸਟੀਰੀਓਟਾਈਪ ਦਾ ਕੀ ਮਤਲਬ ਹੁੰਦਾ ਹੈ? ਸਟੀਰੀਓਟਾਈਪ ਨੂੰ ਆਪਾਂ ਜਿਹੜਾ ਵਰਡ ਹੈ ਇਹ ਹੈਗਾ ਜਦੋਂ ਆਪਾਂ ਕਿਸੇ ਨੂੰ ਨਾ ਕਿਸੇ ਖਾਸ ਭੂਮਿਕਾ ਵਿੱਚ ਹੀ ਦੇਖਦੇ ਹਾਂ। ਜਿਵੇਂ ਇਹ 'ਚ ਵੀ ਮੈਂ ਤੁਹਾਨੂੰ ਦੱਸਦਾ ਸਮਾਜ ਨੇ ਆਪਣੇ ਕਿੱਦਾਂ ਦਿਮਾਗ 'ਚ ਚੀਜ਼ਾਂ ਫੀਡ ਕੀਤੀਆਂ ਹੋਈਆਂ। ਹੁਣ ਮੈਂ ਇੱਕ ਗੱਲ ਕਰਦਾ ਸਿਪਾਹੀਆਂ ਦੀ, ਠੀਕ ਹੈ, ਚਲੋ ਇੱਕ ਸਿਪਾਹੀ ਹੋ ਗਈ, ਸਿਪਾਹੀਆਂ ਜਿਵੇਂ ਵੀ ਲਗਾਣਾ। ਹੁਣ ਇੱਕ ਕੋਈ ਸਿਪਾਹੀ ਆ, ਮੈਂ ਗੱਲ ਕਰਨ ਲੱਗਿਆ ਕਿ ਜਿਹੜਾ ਉਹ ਸਿਪਾਹੀ ਆ, ਅੱਜ ਉਹ ਸਾਹਮਣੇ ਆਉਂਦੇ ਹੋਏ ਸਿਪਾਹੀ ਨੇ ਅੱਜ 5 ਆਤੰਕਵਾਦੀਆਂ ਨੂੰ ਗਿਰਾ ਮਾਰਿਆ, ਜਾਂ ਆਪਣਾ ਅੱਜ ਇੱਕ ਸਿਪਾਹੀ ਸ਼ਹੀਦ ਹੋ ਗਿਆ। ਹੁਣ ਜਦੋਂ ਮੈਂ ਸਿਪਾਹੀ ਜਾਂ ਫੌਜੀ ਕੋਈ ਵੀ ਇਦਾਂ ਦਾ ਵਰਡ ਰੈਫਰ ਕਰ ਰਹੇ ਹਾਂ, ਫੌਜੀ ਦੀ ਇੱਕ ਤਸਵੀਰ ਆਪਣੇ ਦਿਮਾਗ 'ਚ ਬਣਾਓ ਫੌਜੀ ਦੀ, ਤਾਂ ਤੁਸੀਂ ਮੈਨੂੰ ਇਹ ਦੱਸੋ ਜਦੋਂ ਤੁਸੀਂ ਫੌਜੀ ਬਾਰੇ ਸੋਚਿਆ, ਤੁਸੀਂ ਇੱਕ ਮੁੰਡੇ ਬਾਰੇ ਸੋਚਿਆ ਜਾਂ ਇੱਕ ਕੁੜੀ ਬਾਰੇ ਸੋਚਿਆ? ਜ਼ਿਆਦਾਤਰ ਮਰਦ ਹੀ ਸੋਚ ਰਹੇ ਹੋਣੇ, ਕਿਸੇ ਨਾ ਕਿਸੇ ਮੇਲ ਨੂੰ ਹੀ ਇਮੇजिन ਕਰ ਰਹੇ ਹੋਣੇ। ਸਰਕਾਰ ਨੇ ਫੌਜ ਵਿੱਚ ਹੁਣ ਕੁੜੀਆਂ ਨੂੰ ਵੀ ਅਲਾਉ ਕਰਤਾ, ਤਾਂ ਫੌਜੀ ਹੁਣ ਕੁੜੀਆਂ ਵੀ ਹੋ ਸਕਦੀਆਂ। ਤਾਂ ਇਹ ਆਪਣੇ ਦਿਮਾਗ 'ਚ ਫੀਡ ਕਰ ਦਿੱਤਾ ਗਿਆ ਕਿ ਫੌਜ ਦਾ ਕੰਮ ਆ, ਇਹ ਤਾਂ ਮੁੰਡੇ ਹੀ ਕਰਨਗੇ। ਸੇਮ ਚੀਜ਼ ਜੇ ਮੈਂ ਕਹਾਂ
एक नर्स ने पट्टियां करतियां, ठीक है, नर्स ख्याल रख रही है, ठीक है, चलो ये तो जेंडर आगे रख रही है, नर्स ने पट्टियां कर नर्स तो पट्टियां कराया मैं, ठीक है, इदा करके चलो रेफर करता। तो हुण नर्स जो आप वर्ड इमेजिन करते हैं, नर्स देखते हैं, नर्स हमेशा ही इस्त्री के तौर पर क्यों देख रहे हो, औरत के तौर पर क्यों देख रहे हो? क्यों? क्योंकि अपने दिमाग ने, अपने समाज ने अपने दिमाग ਨੂੰ ਇਹ ਫੀਡ ਕਰਤਾ ਕਿ ਇਹ ਕੰਮ ਕੁੜੀਆਂ ਦਾ। ਨਰਸਿੰਗ ਇੱਕ ਕੋਰਸ ਹੈ, ਕੱਲ ਮੁੰਡੇ ਕਰ ਲੈਣਗੇ, ਮੁੰਡੇ ਵੀ ਕਰ ਸਕਦੇ ਆ, ਬਾਹਰਲੇ ਦੇਸ਼ਾਂ 'ਚ ਬਹੁਤ ਸਾਰੇ ਨਰਸ ਮੁੰਡੇ ਹੀ ਹੁੰਦੇ ਆ, ਪਰ ਇਹ ਮਤਲਬ ਚਲੋ ਆਪਣੇ ਸਮਾਜ ਜਿੱਦਾਂ ਇੰਨੇ ਕਾਮਨ ਨਹੀਂ ਆ, ਪਰ ਬਾਹਰ ਬਹੁਤ ਸਾਰੇ ਆ, ਪਰ ਉਹ ਇਸੇ ਗੱਲ ਨਾਲ ਹੀ ਹੈ ਨਾ, ਕਿਉਂਕਿ ਉੱਥੇ ਇਹ ਚੀਜ਼ ਨੂੰ ਨਹੀਂ ਕੰਸੀਡਰ ਕਰਦੇ, ਆਪਣੇ ਸਮਾਜ 'ਚ ਇਹ ਬਣਾ ਕੇ ਰੱਖਿਆ ਹੋਇਆ, ਹੋਣਾ ਤਾਂ ਨਹੀਂ ਚਾਹੀਦਾ ਪਰ ਬਣਿਆ ਹੋਇਆ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਭੇਦਭਾਵ, ਇਹ ਸਭ ਕੁਝ ਇੱਥੇ ਹੋ ਜਾਂਦਾ ਹੁੰਦਾ ਹੈ ਲੋਕਾਂ ਨਾਲ। ਹੁਣ ਦੇਖੋ ਅੱਗੇ ਪੜਨ ਤੋਂ ਪਹਿਲਾਂ ਦੋ ਟਾਈਪ ਦੇ ਆਪਾਂ ਪਹਿਲਾਂ ਸਿਸਟਮ ਦੇਖਦੇ ਹਾਂ ਕਿ ਪੋਲੀਟੀਕਲ ਸਿਸਟਮ ਕਿੱਦਾਂ ਕਿੱਦਾਂ ਦੇ ਹੁੰਦੇ ਆ। ਸਿਆਸੀ ਸਿਸਟਮ, ਇੱਕ ਸਿਸਟਮ ਹੈਗਾ ਜਿਹਨੂੰ ਆਪਾਂ ਰਾਜਸ਼ਾਹੀ ਕਵਾਂਗੇ, ਤੇ ਦੂਜਾ ਸਿਸਟਮ ਹੈਗਾ ਜਿਹਨੂੰ ਆਪਾਂ ਲੋਕਤੰਤਰ ਕਹਾਂਗੇ, ਠੀਕ ਹੈ। ਰਾਜਸ਼ਾਹੀ ਦਾ ਮਤਲਬ ਜਿੱਥੇ ਇੱਕ ਰਾਜਾ ਹੁੰਦਾ ਹੈ ਉਹਨੂੰ ਰਾਜਸ਼ਾਹੀ ਸਿਸਟਮ ਕਹਿੰਦੇ ਆਪਾਂ, ਜਿੱਥੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ ਉਹਨੂੰ ਆਪਾਂ ਲੋਕਤੰਤਰ ਕਹਿੰਦੇ ਹਾਂ। ਰਾਜਸ਼ਾਹੀ ਵਿੱਚ ਕੀ ਹੁੰਦਾ, ਦੇਖੋ ਆਪਾਂ ਰਾਜਿਆਂ ਦਾ ਅਕਸਰ ਇਹ ਦੇਖਦੇ ਹਾਂ ਕਿ ਜਿਹੜਾ ਇੱਕੋ ਪਰਿਵਾਰ ਹੈ ਉਹੀ ਬਹਿ ਕੇ ਰਾਜ ਕਰਦਾ ਰਹਿੰਦਾ ਹੈ। ਕੱਲ ਇੱਕ ਰਾਜਾ ਦੀ ਡੈਥ ਹੋਈ, ਉਸ ਤੋਂ ਬਾਅਦ ਉਹਦੇ ਬੇਟੇ ਨੇ ਅੱਗੇ ਸੰਭਾਲ ਲਿਆ, ਉਹਦੀ ਡੈਥ ਹੋਈ, ਉਸ ਤੋਂ ਬਾਅਦ ਉਹਦੇ ਬੇਟੇ ਨੇ ਅੱਗੇ ਸੰਭਾਲ ਲਿਆ, ਇੱਕੋ ਪਰਿਵਾਰ ਹੀ ਕੁਰਸੀ ਤੇ ਬੈਠਾ ਰਹਿੰਦਾ, ਠੀਕ ਹੈ, ਕਿਸੇ ਹੋਰ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਮਿਲਦਾ। ਤੇ ਇਹਦੇ ਵਿੱਚ ਸਿਰਫ ਇੱਕ ਪਰਿਵਾਰ ਦਾ ਨਿਯਮ ਜਾਂ ਰਾਜ ਕਹਿ ਲਓ, ਠੀਕ ਹੈ, ਇੱਕੋ ਪਰਿਵਾਰ ਕਾਨੂੰਨ ਬਣਾ ਰਿਹਾ, ਉਹੀ ਗੱਦੀ ਤੇ ਬੈਠੇ ਹੋਏ, ਬਸ ਉਹੀ ਹੈ। ਇਹਦੇ ਵਿੱਚ ਕੀ ਹੁੰਦਾ, ਹੁਣ ਜਦੋਂ ਇੱਕੋ ਪਰਿਵਾਰ ਦਾ ਰਾਜ ਹੈ, ਇਹਨਾਂ ਨੂੰ ਲੋਕਾਂ ਤੋਂ ਪੁੱਛਣ ਦੀ ਥੋੜੀ ਲੋੜ ਹੈ, ਇਹ ਤਾਂ ਵੈਸੇ ਹੀ ਕੁਰਸੀ ਤੇ ਆਪਣੇ ਜ਼ੋਰ ਤੇ ਬੈਠੇ ਹੋਏ ਆ, ਤਾਂ ਲੋਕਾਂ ਨੂੰ ਮਨਾਉਣ ਦੀ, ਖੁਸ਼ ਕਰਨ ਦੀ ਇਹਨਾਂ ਨੂੰ ਕੀ ਲੋੜ ਹੈ? ਲੋਕਾਂ ਦੁਆਰਾ। ਇਸੇ ਕਾਰਨ ਜੇ ਕੋਈ ਰਾਜਾ ਬਣਦਾ ਵੀ ਹੈ ਉਹ ਕਿਹੜਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ, ਕਿਉਂਕਿ ਜੇ ਫਾਦਰ ਰਾਜੇ ਸੀਗੇ, ਅਗਲਾ ਬੰਦਾ ਆਪਣੇ ਆਪ ਹੀ ਰਾਜਾ ਬਣ ਜਾਊਗਾ, ਚਾਹੇ ਉਹ ਲੋਕਾਂ ਨੂੰ ਪਸੰਦ ਹੋਵੇ ਚਾਹੇ ਨਾ ਹੋਵੇ, ਲੋਕ ਕੁਝ ਕਰ ਥੋੜੀ ਸਕਦੇ ਆ, ਠੀਕ ਹੈ। ਹੁਣ ਇਸੇ ਕਾਰਨ ਇੱਥੇ ਪ੍ਰੋਬਲਮ ਕੀ ਆਉਂਦੀ ਹੈ, ਜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਰਾਜਾ ਉਹ ਆਪਣੇ ਖੁਦ ਲਈ ਆਪਣੀ ਮਰਜ਼ੀ ਨਾਲ ਆਪਣੇ ਆਪ ਨਿਯਮ ਬਣਾਉਂਦਾ ਹੈ, ਜੋ ਉਹਨੇ ਕਾਨੂੰਨ ਬਣਾਣੇ ਉਹ ਆਪਣੇ ਆਪ ਬਣਾਉਂਦਾ ਹੈ, ਉਸ ਤੋਂ ਬਾਅਦ ਲਾਗੂ ਕਰਦਾ ਹੈ, ਠੀਕ ਹੈ, ਲਾਗੂ ਕਰਦਾ ਹੈ, ਤੇ ਫਿਰ ਜਿੱਦਾਂ ਉਹ ਚਾਹੂਗਾ ਉਦਾਂ ਹੀ ਉਹ ਲੋਕਾਂ ਨੂੰ ਉਸੇ ਕਾਨੂੰਨ ਤੇ ਜੱਜ ਵੀ ਕਰੂਗਾ। ਜ਼ਰੂਰੀ ਨਹੀਂ ਹੈ ਕਿ ਜੋ ਕਾਨੂੰਨ ਬਣਾਇਆ ਜੇ ਉਹਦਾ ਕੋਈ ਪਸੰਦ ਦਾ ਬੰਦਾ ਹੋਇਆ ਸ਼ਾਇਦ ਉਹਨੂੰ ਛੱਡ ਵੀ ਦੇਵੇ, ਤਾਂ ਹਰ ਚੀਜ਼ 'ਚ ਉਹਦੀ ਆਪਣੀ ਮਰਜ਼ੀ ਚੱਲ ਰਹੀ ਹੈ। ਇਹਦੇ ਚੱਲਦੇ ਹੋਏ ਦਿੱਕਤ ਕਿੱਥੇ ਆਉਂਦੀ ਹੈ? ਦਿੱਕਤ ਇੱਥੇ ਆਉਂਦੀ ਹੈ ਕਿ ਜਿਹੜਾ ਹੁਣ ਫਿਰ ਇਹ ਰਾਜਾ ਬਣਿਆ ਹੈ, ਇਹ ਲੋਕਾਂ ਜਾਂ ਕਿਸੇ ਨੂੰ ਵੀ ਜਵਾਬਦੇਹੀ ਨਹੀਂ ਹੈ, ਕਿਉਂਕਿ ਇਹਨੂੰ ਕਿਸੇ ਨੂੰ ਜਵਾਬ ਨਹੀਂ ਦੇਣਾ, ਇਹ ਜੋ ਮਰਜ਼ੀ ਕਰੇ, ਇਹ ਜੋ ਮਰਜ਼ੀ ਕਰੇ, ਇਹਦੀ ਆਪਣੀ ਮਰਜ਼ੀ ਹੈ, ਠੀਕ ਹੈ, ਕਲੀਅਰ ਹੈ। ਹੁਣ ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਇਸੇ ਚੀਜ਼ ਦਾ ਕਿ ਆਪਣੀ ਮਨਮਰਜ਼ੀ ਕਰਨਾ। ਆਪਣੇ ਫ੍ਰੈਂਚ ਰੈਵੋਲੂਸ਼ਨ, ਜਦੋਂ ਆਪਣੇ ਫਰਾਂਸ ਵਿੱਚ ਕ੍ਰਾਂਤੀ ਹੋਈ ਸੀ,
वर्ल्ड हिस्ट्री विच आपां पढ़ांगे, उत्थे लुई 14 जिहड़ा सीगा ना, उन्हें सारी प्रजा दे अगे इक्को गल कही सी कि मैं ही कानून है। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਮੈਂ ਜੋ ਕਹਿਤਾ ਬਸ ਉਹੀ ਹੁਣ ਕਾਨੂੰਨ ਹੈ। ਮੈਂ ਪਹਿਲਾਂ ਕੁਝ ਹੋਰ ਬੋਲਿਆ, ਉਦ ਤੱਕ ਉਹ ਕਾਨੂੰਨ ਚੱਲ ਰਹੇ ਸੀ, ਪਰ ਲੈਟਸ ਸਪੋਜ਼ ਮੇਰੇ ਅੱਗੇ ਕੋਈ ਕੇਸ ਆਇਆ, ਕੁਝ ਵੀ ਆਇਆ, ਮੈਂ ਰਾਜਾ, ਮੈਂ ਕਿਤੇ ਆ ਕੇ ਫਸ ਗਿਆ, ਮੈਂ ਉਸੇ ਟਾਈਮ ਹੀ ਬਦਲ ਦੂੰਗਾ ਕਾਨੂੰਨ, ਕਿਉਂਕਿ ਮੈਂ ਕਿਹੜਾ ਕਿਸੇ ਨੂੰ ਜਵਾਬਦੇਹੀ ਦੇਣੀ ਹੈ। ਲੋਕਤੰਤਰ ਵਿੱਚ ਇਦਾਂ ਨਹੀਂ ਹੁੰਦਾ। ਲੋਕਤੰਤਰ ਵਿੱਚ ਜਿਹੜੇ ਵੀ ਆਪਣੇ ਚੁਣੇ ਗਏ ਲੋਕ ਹੁੰਦੇ, ਜਿੰਨੇ ਵੀ ਆਪਣੇ ਲੀਡਰ ਹੈ, ਚੁਣੇ ਗਏ ਆਗੂ ਹੈ ਜਿਹੜੇ ਆਪਣੇ, ਇਹ ਹਮੇਸ਼ਾ ਲੋਕਾਂ ਦੀ ਸ਼ਕਤੀ ਉੱਤੇ ਹੀ ਡਿਪੈਂਡੈਂਟ ਹੈ ਕਿ ਲੋਕ ਚੁਣਨਗੇ ਤਾਂ ਹੀ ਇਹ ਪਾਵਰ ਵਿੱਚ ਆ ਸਕਦੇ, ਨਹੀਂ ਤਾਂ ਨਹੀਂ ਆ ਸਕਦੇ। ਹੁਣ ਜਿਹੜੇ ਵੀ ਚੁਣੇ ਹੋਏ ਆਗੂ ਨੇ ਲੋਕਾਂ ਪ੍ਰਤੀ ਫਿਰ ਜ਼ਿੰਮੇਵਾਰ ਵੀ ਰਹਿੰਦੇ ਆ। ਦੇਖੋ ਇੱਕ ਚੀਜ਼ ਇੱਥੇ ਮੰਨ ਕੇ ਚੱਲੋ, ਹੁਣ ਤੁਹਾਡੇ ਕੋਲੇ ਚਾਹੇ ਕੋਈ ਪਾਵਰ ਨਹੀਂ ਹੈ ਲੋਕਤੰਤਰ ਵਿੱਚ, ਚਲੋ ਤੁਸੀਂ ਪਾਵਰ ਵਿੱਚ ਨਹੀਂ ਵੀ ਹੋ, ਤੁਸੀਂ ਖੁਦ ਥੋੜੀ ਸਰਕਾਰ ਨੂੰ ਚਲਾ ਰਹੇ ਹੋ, ਪਰ ਤੁਹਾਡੇ ਕੋਲੇ ਘੱਟੋ ਘੱਟ ਇਹ ਪਾਵਰ ਤਾਂ ਹੈਗੀ ਹੈ ਨਾ ਕਿ ਅੱਜ ਤੁਹਾਨੂੰ ਜੇ ਪਤਾ ਚੱਲਦਾ ਜਿਹੜਾ ਤੁਹਾਡਾ ਲੀਡਰ ਆ ਕਰਪਟ ਆ, ਪੈਸੇ ਖਾ ਰਿਹਾ ਹੈ, ਕੰਮ ਨਹੀਂ ਕਰ ਰਿਹਾ, ਠੀਕ ਹੈ, ਤੁਸੀਂ 5 ਸਾਲ ਬਾਅਦ ਉਹਨੂੰ ਵੋਟ ਹੀ ਨਹੀਂ ਪਾਓਗੇ, ਉਹ ਵੋਟ ਨਹੀਂ ਪਾਓਗੇ, ਜਿੱਤੂਗਾ ਨਹੀਂ, ਉਹ ਹੋ ਗਿਆ ਆਪਣੇ ਆਪ ਹੀ ਪਾਵਰ ਤੋਂ ਬਾਹਰ। ਇਹ ਜਿਹੜੀ ਪਾਵਰ ਹੈ ਇਹ ਰਾਜੇ ਦੇ ਟਾਈਮ ਨਹੀਂ ਮਿਲਦੀ, ਠੀਕ ਹੈ, ਤੇ ਬਹੁਤ ਵੱਡੀ ਪਾਵਰ ਹੈ, ਉਹ ਸਿਰਫ ਤੇ ਸਿਰਫ ਇੱਥੇ ਹੀ ਮਿਲਦੀ ਹੈ। ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਕਿ ਦੇਖੋ ਫਿਰ ਜੇ ਹੁਣ ਲੋਕਤੰਤਰ ਇੰਨਾ ਬਿਹਤਰੀਨ ਸਿਸਟਮ ਹੈ, ਆਪਾਂ ਬਿਲਕੁਲ ਸ਼ੁਰੂਆਤ ਵਿੱਚ ਕਿਉਂ ਨਹੀਂ ਲਾਇਆ, ਬਾਅਦ ਜਾ ਕੇ ਕਿਉਂ ਲਾਇਆ? ਵੈਸੇ ਸ਼ੁਰੂਆਤ 'ਚ ਵੀ ਇਹ ਭਾਰਤ ਵਿੱਚ ਰਿਹਾ, ਆਪਾਂ ਜਦੋਂ ਹਿਸਟਰੀ ਪੜਾਂਗੇ ਉਹ 'ਚ ਆਪਾਂ ਦੇਖਾਂਗੇ ਜਿਹੜੀ ਆਪਣੀ ਵੈਦਿਕ ਏਜ ਸੀਗੀ, ਜਦੋਂ ਵੇਦ ਲਿਖੇ ਗਏ ਆਪਣੇ ਭਾਰਤ ਵਿੱਚ, ਉਦੋਂ ਤੁਹਾਡੇ ਬੋਡੀਆਂ ਐਗਜ਼ਿਸਟ ਕਰਦੀਆਂ ਸੀ ਸਭਾ ਤੇ ਸਮਿਤੀ। ਇਹ ਆਪਾਂ ਹਿਸਟਰੀ ਵਿੱਚ ਪੜਾਂਗੇ, ਉਦੋਂ ਜਾ ਕੇ ਸਭ ਕੁਝ ਲਿਖਾਂਗੇ। ਸਭਾ ਤੇ ਸਮਿਤੀ ਜਿਹੜੀ ਐਗਜ਼ਿਸਟ ਕਰਦੀ ਸੀ, ਉੱਥੇ ਸਾਰੇ ਦੇ ਸਾਰੇ ਲੋਕ ਮਿਲ ਕੇ ਹੀ ਫੈਸਲਾ ਲੈਂਦੇ ਸੀ ਕਿ ਆਪਾਂ ਕੀ ਕਰਨਾ, ਠੀਕ ਹੈ। ਤਾਂ ਆਪਣੇ ਭਾਰਤ ਵਿੱਚ ਬਹੁਤ ਪਹਿਲਾਂ ਵੀ ਲੋਕਤੰਤਰ ਚੱਲਦਾ ਰਿਹਾ, ਠੀਕ ਹੈ, ਪਰ ਜਿਹੜਾ ਅੱਜ ਦਾ ਹੁਣ ਮਾਡਰਨ ਜ਼ਮਾਨੇ ਦਾ ਹੁਣ ਜੋ ਲੋਕਤੰਤਰ ਆਪਾਂ ਫੋਲੋ ਕਰਦੇ ਹਾਂ, ਇਹਦੀ ਸ਼ੁਰੂਆਤ ਇੱਕ ਹੋਰ ਵਰਲਡ ਇਵੈਂਟ ਤੋਂ ਹੋਈ ਹੈ। 1500 1600 ਦੇ ਜਿਹੜੇ ਸਾਲ ਸੀਗੇ ਨਾ, ਇਸ ਟਾਈਮ ਕੀ ਹੋਇਆ, ਤੁਹਾਡੇ ਦੋ ਧਰਮਾਂ ਦੇ ਵਿੱਚ ਨਾ ਲੜਾਈ ਵਧੀ। ਇੱਕ ਪਾਸੇ ਈਸਾਈ ਧਰਮ ਦੇ ਲੋਕ ਜੋ ਕ੍ਰਿਸਚੀਅਨਿਟੀ ਦੇ ਲੋਕ ਆ, ਠੀਕ ਹੈ, ਤੇ ਦੂਜੇ ਪਾਸੇ ਤੁਹਾਡੇ ਜਿਹੜੇ ਲੋਕ ਇਸਲਾਮ ਵਿੱਚ ਮੰਨਦੇ ਆ, ਠੀਕ ਹੈ। ਹੁਣ ਈਸਾਈ ਲੋਕ ਜ਼ਿਆਦਾਤਰ ਤੁਹਾਡੇ ਯੂਰਪ ਵਿੱਚ ਰਹਿੰਦੇ ਆਏ ਆ, ਅੱਜ ਵੀ ਯੂਰਪ ਜ਼ਿਆਦਾਤਰ ਈਸਾਈ ਲੋਕਾਂ ਨਾਲ ਹੀ ਭਰਿਆ ਹੋਇਆ, ਹੋਰ ਵੀ ਮਤਲਬ ਕੰਟੀਨੈਂਟ ਤੇ ਆ, ਪਰ ਯੂਰਪ ਦੀ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਈਸਾਈ ਧਰਮ ਹੀ ਹੈ। ਤੇ ਇਸ ਕਾਰਨ ਉਸ ਜ਼ਮਾਨੇ ਵਿੱਚ ਪੋਲਿਟਿਕਸ ਵਿੱਚ ਵੀ ਚਰਚ ਜਿਹੜਾ ਹੈਗਾ, ਜਿਹੜਾ ਵੈਟੀਕਨ ਸੀਗਾ, ਇਹ ਬਹੁਤ ਵੱਡਾ ਰੋਲ ਪਲੇ ਕਰਦਾ ਸੀ, ਰਾਜਿਆਂ ਨੂੰ ਇਹ ਦਿਸ਼ਾ ਤੱਕ ਦਿੰਦਾ ਸੀ ਕਿ ਤੁਸੀਂ ਆਹ ਕੰਮ ਕਰਨਾ, ਕੰਮ ਨਹੀਂ ਕਰਨਾ। ਤਾਂ ਹੋਇਆ ਕਿ ਹੌਲੀ ਹੌਲੀ ਤੁਹਾਡੇ ਇਸਲਾਮ ਵਧਣਾ ਸ਼ੁਰੂ ਹੋ ਗਿਆ। ਜੋ ਅੱਜ ਤੁਹਾਡਾ ਤੁਰਕੀ ਦੇਸ਼ ਹੈ, ਉੱਥੇ ਸਮਰਾਜ ਬਣਨਾ ਸ਼ੁਰੂ ਹੋ ਗਿਆ ਸੀ, ਪੂਰਾ ਸਮਰਾਜ ਬਣਨ ਲੱਗ ਗਿਆ ਸੀ ਤੁਰਕੀਆਂ ਦਾ। ਤੁਰਕ ਸਮਾਰਕ ਕਹਾਣਾ ਸੀ, ਠੀਕ ਹੈ, ਗਲਤੀ ਨਾਲ ਲਿਖਤਾ। ਤਾਂ ਹੁਣ ਇਹਦੇ ਕਾਰਨ ਕੀ ਹੋਇਆ, ਤੁਹਾਡੇ ਜਿਹੜਾ ਇਸਲਾਮ ਹੈ, ਜਦੋਂ ਅੱਜ ਦਾ ਤੁਰਕੀ ਦਾ ਤੁਸੀਂ ਨਕਸ਼ਾ ਦੇਖੋਗੇ, ਉਹ ਥੋੜਾ ਜਿਹਾ ਏਸ਼ੀਆ ਵਿੱਚ ਤੇ ਥੋੜਾ ਜਿਹਾ ਯੂਰਪ ਵਿੱਚ ਵੀ, ਮਤਲਬ ਕਾਫੀ ਵੱਡਾ ਏਸ਼ੀਆ ਵਿੱਚ ਤੇ ਥੋੜਾ ਯੂਰਪ ਵੱਲ ਵੀ ਪੈਂਦਾ। ਤਾਂ ਉਹਨਾਂ ਨੇ ਯੂਰਪ ਵੱਲ ਕਬਜ਼ਾ ਕਰਨਾ ਸ਼ੁਰੂ ਕਰਤਾ ਸੀ। ਜਿਹੜੇ ਪਹਿਲਾਂ ਇਲਾਕੇ ਈਸਾਈਆਂ ਦੇ ਹੁੰਦੇ ਸੀ, ਉੱਥੇ ਹੁਣ ਹੌਲੀ ਹੌਲੀ ਇਸਲਾਮ ਆਉਣ ਲੱਗ ਗਿਆ ਸੀ। ਇਹਦੇ ਚੱਲਦੇ ਹੋਏ ਚਰਚ ਨੇ ਸਾਰੇ ਯੂਰਪ ਦੇ ਰਾਜਿਆਂ ਨੂੰ ਬੋਲਿਆ ਕਿ ਆਓ ਮਦਦ ਲਈ ਤੇ ਚਰਚ ਤੇ ਧਰਮ ਲਈ ਲੜਾਈਆਂ ਲੜੋ। ਇਸੇ ਲਈ ਤੁਹਾਡੇ ਇੱਥੇ ਬਹੁਤ ਲੰਬੇ ਲੰਬੇ ਧਰਮ ਯੁੱਧ ਸ਼ੁਰੂ ਹੋ ਗਏ, ਠੀਕ ਹੈ। ਇਹ ਜਿਹੜੀ ਸੀਗੀ
ਜਦੋਂ ਹੁਣ ਤੁਹਾਡੇ ਧਰਮ ਯੁੱਧ ਸ਼ੁਰੂ ਹੋਇਆ, ਇਹਨਾਂ ਨੂੰ ਇੰਗਲਿਸ਼ ਵਿੱਚ ਕਰੂਸੇਡਸ ਕਹਿੰਦੇ ਸੀ। ਕਰੂਸੇਡ ਦਾ ਮਤਲਬ ਹੀ ਧਰਮ ਯੁੱਧ ਹੁੰਦਾ, ਠੀਕ ਹੈ। ਇਹ ਜਦੋਂ ਯੂਰਪ ਦੇ ਰਾਜੇ ਲੜਨ ਜਾਂਦੇ ਸੀ ਨਾ, ਉਹ ਕਹਿੰਦੇ ਸੀ ਕਰੂਸੇਡ ਤੇ ਚੱਲੇ ਆ, ਯਾਨੀ ਕਿ ਧਰਮ ਯੁੱਧ ਤੇ ਚੱਲੇ ਆ ਅਸੀਂ। ਇਹ ਕਰੂਸੇਡ ਦੇਖੋ, ਜਦ ਵੀ ਤੁਸੀਂ ਲੜਾਈ ਲੜਨੀ ਹੈ, ਦੋਨੋਂ ਪਾਸੇ ਜਿਹੜੀ ਵੀ ਲੜਾਈ ਲੜਨੀ ਹੈ, ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ। ਇੱਕ ਤਾਂ ਤੁਹਾਨੂੰ ਪੈਸੇ ਚਾਹੀਦੇ ਆ, ਠੀਕ ਹੈ, ਪੈਸਾ ਚਾਹੀਦਾ ਲੜਾਈ ਲੜਨ ਲਈ। ਦੂਜੇ ਤੁਹਾਨੂੰ ਲੜਾਈ ਲੜਨ ਲਈ ਲੋਕ ਚਾਹੀਦੇ, ਲੋਕ ਹੀ ਤਾਂ ਹਥਿਆਰ ਚੱਕ ਕੇ ਤੁਹਾਡੇ ਨਾਲ ਅੱਗੇ ਚੱਲਣਗੇ। ਤਾਂ ਇਹਦੇ ਵਿੱਚ ਹੁਣ ਹੋਇਆ ਕਿ ਜਦੋਂ ਇਹ ਸਾਰੇ ਰਾਜਿਆਂ ਨੇ ਆਣਾ ਸੀ, ਹੁਣ ਰਾਜਿਆਂ ਨੇ ਪੈਸੇ ਤੇ ਲੋਕਾਂ ਦਾ ਪ੍ਰਬੰਧ ਕਰਨਾ ਸੀ ਕਿ ਲੜਾਈ ਲੜਦੇ ਰਹਿ ਸਕਣ। ਇਸੇ ਤੇ ਚੱਲਦੇ ਹੋਏ ਤੁਹਾਡੇ ਜਿਹੜਾ ਬ੍ਰਿਟਨ ਦਾ ਰਾਜਾ ਹੈ ਨਾ, ਜਿਹੜਾ ਬਰਤਾਨੀਆ ਹੋ ਗਿਆ, ਜਿਹੜਾ ਬ੍ਰਿਟਨ ਦਾ ਰਾਜਾ ਸੀ, ਉਹਨੇ ਇੱਕ ਅੱਡ ਕਦਮ ਚੱਕਿਆ। ਉਹਨੇ ਕੀ ਕਦਮ ਚੱਕਿਆ ਕਿ ਦੇਖੋ, ਪੈਸੇ ਤੇ ਉਹ ਸਾਰੀ ਚੀਜ਼ ਦਾ ਇੰਤਜ਼ਾਮ ਕਰਨੀ ਆ, ਮੰਨ ਲਓ ਕਿ ਸਾਰਾ ਬ੍ਰਿਟਨ ਦਾ ਸਮਰਾਜ ਹੈ। ਉਹਨੇ ਕੀ ਕੀਤਾ, ਆਪਣਾ ਸਾਰਾ ਸਮਰਾਜ ਛੋਟੇ ਛੋਟੇ ਹਿੱਸਿਆਂ ਵਿੱਚ ਵੰਡ ਕੇ, ਜਿਹੜੇ ਇਲਾਕੇ ਬਣੇ, ਇੱਥੇ ਜਿਹੜਾ ਸਭ ਤੋਂ ਤਾਕਤਵਰ ਬੰਦਾ ਹੁੰਦਾ ਸੀ, ਚਾਹੇ ਉਹ ਕੋਈ ਜ਼ਮੀਨਦਾਰ ਹੋਵੇ, ਲੈਂਡਲॉर्ड ਹੋਵੇ, ਚਾਹੇ ਕੋਈ ਛੋਟਾ ਰਾਜਾ ਹੋਵੇ, ਨੋਬਲ ਹੋਵੇ, ਚਾਹੇ ਕੋਈ ਤੁਹਾਡਾ ਲੈਂਡਦਾਰ ਮਨੀ ਲੈਂਡਰ ਹੋਵੇ, ਕੋਈ ਵੀ ਹੋਵੇ, ਉਹਨਾਂ ਨੂੰ ਆ ਪੂਰੇ ਏਰੀਆ ਦੇਣ ਦਾ ਵਾਅਦਾ ਕੀਤਾ। ਉਹਨਾਂ ਨੂੰ ਕਿਹਾ ਕਿ ਤੁਸੀਂ ਆ ਪੂਰਾ ਏਰੀਆ ਚਲਾ ਸਕਦੇ ਹੋ, ਪੂਰਾ ਏਰੀਆ ਤੁਹਾਡਾ, ਪਰ ਇਹਦੇ ਬਦਲੇ ਮੈਨੂੰ ਪੈਸੇ ਤੇ ਮੈਨੂੰ ਲੋਕ ਪ੍ਰੋਵਾਈਡ ਕਰਦੇ ਰਹੋ ਲਗਾਤਾਰ, ਕਿਉਂਕਿ ਮੈਂ ਚੱਲਿਆ ਲੜਾਈਆਂ ਤੇ ਇਹਦੇ ਬਦਲੇ ਮਤਲਬ ਤੁਸੀਂ ਪੈਸਾ ਦੇ ਰਹੇ ਹੋ, ਇਸ ਜ਼ਮੀਨ ਤੋਂ ਤੁਹਾਨੂੰ ਕੀ ਹੱਕ ਮਿਲ ਰਿਹਾ। ਤੁਸੀਂ ਇਸ ਜ਼ਮੀਨ ਤੇ ਕੋਈ ਵੀ ਤਰੀਕੇ ਦਾ ਟੈਕਸ ਲਗਾਉਣਾ ਚਾਹੋ, ਟੈਕਸ ਲਗਾ ਲਓ, ਇਹ ਤੇ ਤੁਹਾਡੀ ਮਰਜ਼ੀ ਹੈ। ਦੂਜਾ, ਇਸ ਪੂਰੇ ਇਲਾਕੇ 'ਚ ਕੋਈ ਕਾਨੂੰਨ ਵੀ ਬਣਾਉਣਾ ਚਾਹੋ ਨਾ, ਕਾਨੂੰਨ ਬਣਾਉਣਾ ਵੀ ਤੁਹਾਡੀ ਮਰਜ਼ੀ। ਮੈਂ ਦੋਨੋਂ ਹੀ ਤੁਹਾਨੂੰ ਪਾਵਰਾਂ ਦੇ ਰਿਹਾ। ਇਹ ਦੋਨੋਂ ਦੇ ਦੋਨੋਂ ਪਾਵਰਾਂ ਦੇ ਦਿੱਤੀਆਂ ਗਈਆਂ ਜਿੰਨੇ ਵੀ ਇਲਾਕੇ ਵੰਡੇ, ਠੀਕ ਹੈ। ਹੁਣ ਹੋਇਆ ਕਿ ਜਦੋਂ ਲੜਾਈਆਂ ਤੁਹਾਡੀ ਆਹ ਧਰਮ ਯੁੱਧ ਖਤਮ ਹੋਏ, ਤੁਹਾਡੇ ਯੂਰਪ ਦੇ ਰਾਜੇ ਜਿੱਤ ਗਏ ਸੀ, ਜਦੋਂ ਰਾਜਾ ਵਾਪਸ ਆਇਆ, ਰਾਜੇ ਨੇ ਆ ਕੇ ਡਿਕਲੇਅਰ ਕੀਤਾ ਕਿ ਚਲੋ ਹੁਣ ਮੈਂ ਸਾਰਾ ਰਾਜ ਖੁਦ ਚਲਾਉਂਗਾ, ਤੁਹਾਨੂੰ ਹੁਣ ਕਰਨ ਦੀ ਲੋੜ ਨਹੀਂ। ਪਰ ਆ ਤਾਂ ਹੁਣ ਇਸ ਚੀਜ਼ ਦੇ ਆਦੀ ਹੋ ਚੁੱਕੇ ਸੀ ਤੇ ਅਗਲਿਆਂ ਨੂੰ ਪੂਰੀ ਪਾਵਰ ਦਾ ਅਹਿਸਾਸ ਸੀ। ਇਹ ਸਾਰੇ ਇਕੱਠੇ ਹੋ ਗਏ, ਇਹ ਸਾਰਿਆਂ ਨੇ ਰਾਜੇ ਨੂੰ ਇੱਕ ਚੀਜ਼ ਕਹੀ ਕਿ ਦੇਖੋ, ਤੁਸੀਂ ਆਏ ਹੋ, ਤੁਸੀਂ ਆਪਣੇ ਦੇਸ਼ ਵਿੱਚ ਹੀਰੋ ਜ਼ਰੂਰ ਹੋ, ਠੀਕ ਹੈ, ਪਰ ਇਸ ਹੀਰੋ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤੁਹਾਨੂੰ ਹੁਣ ਰਾਜ ਵਾਪਸ ਦੇ ਦਾਂਗੇ। ਹੁਣ ਇਹ ਸਾਰੇ ਇਲਾਕੇ ਸਾਡੇ ਆ, ਲੋਕੀ ਤੁਹਾਨੂੰ ਮੰਨਦੇ ਆ, ਤੁਹਾਨੂੰ ਪੁੱਛਦੇ ਆ ਕਿ ਹਾਂ ਇਹ ਬੰਦਾ ਜਿੱਤ ਕੇ ਆਇਆ, ਤਾਂ ਅਸੀਂ ਤੁਹਾਨੂੰ ਇੱਕ ਆਪਸ਼ਨ ਦਿੰਨੇ ਆ। ਆਪਸ਼ਨ ਇਹ ਆ ਕਿ ਤੁਸੀਂ ਕੰਮ ਕੀ ਕਰੋ, ਤੁਸੀਂ ਗੱਦੀ ਤੇ ਬੈਠੇ ਰਹੋ, ਤੁਹਾਨੂੰ ਤੇ ਇਸ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ ਵੀ ਅਸੀਂ ਪੂਰੀ ਜ਼ਿੰਦਗੀ ਲਈ ਇੱਕ ਪੈਨਸ਼ਨ ਦੇ ਦਿੰਨੇ ਆ। ਅਸੀਂ ਸਾਰੇ ਇਕੱਠੇ ਹੋ ਕੇ ਤੁਹਾਡਾ ਖਰਚਾ ਚੱਕ ਲਿਆ ਕਰਾਂਗੇ, ਤੁਹਾਨੂੰ ਇੱਕ ਪੈਨਸ਼ਨ ਦੇ ਦਿੰਨੇ ਆ, ਠੀਕ ਹੈ। ਬਸ ਇਹਦੇ ਬਦਲੇ ਹੁਣ ਜਿੰਨੀਆਂ ਵੀ ਤੁਹਾਡੀਆਂ ਪਾਵਰ ਜਿਹੜੀਆਂ ਤੁਸੀਂ ਹੁਣ ਦੇ ਕੇ ਚਲੇ ਗਏ, ਇਹਦੇ ਇਲਾਵਾ ਵੀ ਜਿੰਨੀਆਂ ਹੋਰ ਕਾਨੂੰਨ ਬਣਾਉਣ ਦੀਆਂ ਪਾਵਰ ਸੀ, ਟੈਕਸ ਦੀਆਂ ਪਾਵਰ ਸੀ, ਉਹ ਸਾਰੀਆਂ ਸਾਡੀਆਂ ਹੋਈਆਂ, ਠੀਕ ਹੈ। ਤਾਂ ਇਹ ਇਸ ਤਰੀਕੇ ਨਾਲ ਤਾਂ ਰਾਜੇ ਨੂੰ ਇਹ ਆਪਸ਼ਨ ਦਿੱਤੀ ਕਿ ਬਸ ਜਾਂ ਤਾਂ ਪੈਨਸ਼ਨ ਲੈ ਲਓ, ਤੁਹਾਡੇ ਪਰਿਵਾਰ ਨੂੰ ਵੀ ਅੱਗੇ ਦਿੰਦੇ ਰਵਾਂਗੇ, ਤੇ ਇਹਦੇ ਬਦਲੇ ਆਪਣੀਆਂ ਸਾਰੀਆਂ ਤਾਕਤਾਂ ਸਾਨੂੰ ਦੇ ਦਿਓ, ਜਾਂ ਅਸੀਂ ਤੁਹਾਨੂੰ ਮਾਰ ਦਿੰਨੇ ਆ, ਲੋਕਾਂ ਨੂੰ ਅਸੀਂ ਸਮਝਾ ਲਾਂਗੇ, ਤੇ ਉਸ ਤੋਂ ਬਾਅਦ ਅਸੀਂ ਵੈਸੇ ਪਾਵਰ ਹਥਿਆ ਲਾਂਗੇ। ਤਾਂ ਇਹ ਜਿਹੜਾ ਸਾਰੇ ਰਾਜੇ ਨੂੰ ਹੁਣ ਇਹੀ ਲੱਗਿਆ ਕਿ ਹੁਣ ਦੇਖੋ ਮੈਂ ਕਰ ਕੀ ਸਕਦਾ। ਰਾਜਾ ਇਸ ਗੱਲ ਲਈ ਮੰਨ ਗਿਆ, ਕੋਈ ਲੜਾਈ, ਕੋਈ ਉਹਨੇ ਵਿਰੋਧ ਕੁਝ ਨਹੀਂ ਕੀਤਾ। ਇਹ ਹੋਇਆ ਸੀ ਤੁਹਾਡੇ 1680s ਦੇ ਵਿੱਚ। ਤਾਂ ਇਸ ਚੀਜ਼ ਨੂੰ ਆਪਣੇ ਇਤਿਹਾਸ ਵਿੱਚ ਬੋਲਿਆ ਜਾਂਦਾ ਹੈ ਗਲੋਰੀਅਸ ਰੈਵੋਲੂਸ਼ਨ, ਠੀਕ ਹੈ। ਕਦੀ ਮੇਨਸ ਦੇ ਆਨਸਰ ਲਿਖਣੇ ਆ। ਤਾਂ ਇਹ ਇੱਕ ਤਰੀਕੇ ਨਾਲ ਬ੍ਰਿਟਾਨੀਆ ਜਾਂ ਬ੍ਰਿਟਨ ਵਿੱਚ ਇੱਕ ਤਰੀਕੇ ਦੀ ਡੈਮੋਕ੍ਰੇਸੀ ਦੀ ਸ਼ੁਰੂਆਤ ਸੀ। ਤਾਂ ਹੀ ਬ੍ਰਿਟਨ ਦੀ ਕੋਈ ਇੱਕ ਫਿਕਸ ਡੇਟ ਨਹੀਂ ਹੈ ਕਿ ਕਦੋਂ ਉੱਥੇ ਡੈਮੋਕ੍ਰੇਸੀ ਸ਼ੁਰੂ ਹੋਈ ਹੈ, ਉੱਥੇ ਡੈਮੋਕ੍ਰੇਸੀ ਬਸ ਸ਼ੁਰੂ ਹੋਗੀ। ਕਿਉਂਕਿ ਹੋਇਆ ਕਿ ਜਿਵੇਂ ਆ ਹੁਣ ਇਹਨਾਂ ਨੇ ਪਹਿਲਾ ਕਾਉਂਸਲ ਬਣਾਤਾ, ਇਸ ਤੋਂ ਬਾਅਦ ਕੀ ਹੋਇਆ, ਜਿਵੇਂ ਜਿਵੇਂ ਅੱਗੇ ਟਾਈਮ ਵਧਿਆ, ਆਪਣੀ ਦੁਨੀਆ ਦੇ ਅੰਦਰ ਇੰਡਸਟਰੀਅਲ ਰੈਵੋਲੂਸ਼ਨ ਆਇਆ, ਜਿਹਨੂੰ ਆਪਾਂ ਉਦਯੋਗ ਕ੍ਰਾਂਤੀ ਵੀ ਕਹਿੰਦੇ ਆ, ਯੋਗਿਕ
रेवोल्यूशन ਤਾਂ ਇਹਦੇ ਕਾਰਨ ਫੈਕਟਰੀਆਂ ਲੱਗਣ ਲੱਗੀਆਂ, ਫੈਕਟਰੀਆਂ ਦੇ ਕਾਰਨ ਬਹੁਤ ਸਾਰੇ ਵਰਕਰਸ ਕਿਉਂਕਿ ਹਾਇਰ ਹੋਏ, ਵਰਕਰਸ ਨੇ ਆਪਣੀਆਂ ਖੁਦ ਦੀਆਂ, ਅੱਜ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਯੂਨੀਅਨ ਬਣਾਈਆਂ। ਇਹ ਯੂਨੀਅਨ ਦੇ ਲੀਡਰਾਂ ਨੇ ਵੀ ਬੋਲਿਆ ਕਿ ਸਾਨੂੰ ਇਸ ਕਾਉਂਸਲ ਦਾ ਪਾਰਟ ਬਣਾਓ। ਬਾਅਦ ਚ ਹੋਰ ਪੜ੍ਹੇ ਲਿਖੇ ਲੋਕਾਂ ਨੇ ਵੀ ਡਿਮਾਂਡ ਕੀਤਾ ਕਿ ਸਾਨੂੰ ਵੀ ਪਾਰਟ ਬਣਾਓ। ਹੌਲੀ ਹੌਲੀ ਇਲੈਕਸ਼ਨ ਵੀ ਆ ਗਏ, ਕਰਦੇ ਕਰਾਂਦੇ ਇਹ ਬਣ ਗਈ ਬ੍ਰਿਟਨ ਦੀ ਸੰਸਦ। ਠੀਕ ਹੈ, ਜਦੋਂ ਆਪਾਂ ਮੇਨਸ ਦੇ ਟੌਪਿਕ ਕਰਾਂਗੇ ਉਦੋਂ ਬ੍ਰਿਟਨ ਦਾ ਪੂਰਾ ਸਿਸਟਮ ਹੋਰ ਡਿਟੇਲ ਚ ਪੜਾਂਗੇ। ਪਰ ਇਸੇ ਤਰੀਕੇ ਨਾਲ ਤਾਂ ਹੀ ਦੇਖੋ, ਜਿਵੇਂ ਆਪਾਂ ਭਾਰਤ ਦੀ ਕਹਿੰਦੇ ਕਿ ਭਾਰਤ ਇੱਕ ਲੋਕਤੰਤਰ ਕਦੋਂ ਬਣਿਆ, ਡੈਮੋਕ੍ਰੇਸੀ ਕਦੋਂ ਬਣਿਆ, 1950 ਵਿੱਚ ਆਪਾਂ ਆਪਣਾ ਕਾਨੂੰਨ ਲਾਗੂ ਕੀਤਾ ਤੇ ਆਪਾਂ ਉਸ ਤੋਂ ਬਾਅਦ ਡੈਮੋਕ੍ਰੇਸੀ ਬਣ ਗਈ। ਇਹਨਾਂ ਦੀ ਕੋਈ ਇੱਕ ਫਿਕਸ ਡੇਟ ਨਹੀਂ ਹੈ, ਕਿਉਂਕਿ ਇਹ ਇੱਕ ਐਵੋਲੂਸ਼ਨ, ਹੌਲੀ ਹੌਲੀ ਤਬਦੀਲੀਆਂ ਨਾਲ ਇਹਨਾਂ ਦਾ ਪੂਰਾ ਸਿਸਟਮ ਬਣਿਆ। ਇੱਕ ਪਾਸੋਂ ਸ਼ੁਰੂ ਹੋ ਕੇ ਹੌਲੀ ਹੌਲੀ ਕਰਦੇ ਕਰਦੇ ਇਹ ਸਾਰੀ ਦੀ ਸਾਰੀ ਚੀਜ਼ ਬਣੀ ਹੈ। ਕਲੀਅਰ ਹੈ? ਇਸ ਤਰੀਕੇ ਨਾਲ ਸਾਰੀ ਚੀਜ਼ ਹੈ। ਇਸ ਤੋਂ ਬਾਅਦ ਇਹਦੇ ਇਲਾਵਾ ਮਤਲਬ ਹੋਰ ਕੀ ਚੱਲ ਰਿਹਾ ਸੀ, ਤੁਹਾਡੇ ਪੂਰੇ ਯੂਰਪ ਵਿੱਚ ਇੱਕ ਫੇਜ਼ ਚੱਲ ਰਿਹਾ ਸੀ ਜਿਹਨੂੰ ਆਪਾਂ ਇੰਗਲਿਸ਼ ਵਿੱਚ ਰੈਨੇਸਾਂਸ ਜਾਂ ਪੰਜਾਬੀ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਪੁਨਰ ਜਾਗਰਣ ਹੋ ਰਿਹਾ ਸੀ ਸਾਰਿਆਂ ਦਾ। ਪੁਨਰ ਜਾਗਰਣ ਦਾ ਕੀ ਮਤਲਬ ਹੁੰਦਾ ਕਿ ਦੇਖੋ ਸਾਰੇ ਵਹਿਮਾਂ ਵਿੱਚ ਡੁੱਬੇ ਪਏ ਸੀ, ਇਦਾਂ ਦੀ ਕਿ ਕੋਈ ਸਵਾਲ ਨਹੀਂ ਚੱਕਣਾ। ਇਹ 1500-1600 ਦੇ ਟਾਈਮ 'ਚ ਹੀ ਹੋ ਰਿਹਾ ਸੀ, ਪਰ ਇੱਥੇ ਲੋਕਾਂ ਨੇ ਹੁਣ ਹੌਲੀ ਹੌਲੀ ਚੀਜ਼ਾਂ ਉੱਤੇ ਸਵਾਲ ਚੱਕਣੇ ਸ਼ੁਰੂ ਕੀਤੇ। ਜਿਵੇਂ ਜਿਵੇਂ ਉਹਨਾਂ ਨੂੰ ਨਵੀਂ ਚੀਜ਼ਾਂ ਉੱਤੇ ਗਿਆਨ ਮਿਲਣ ਲੱਗਿਆ, ਉਹਨਾਂ ਨੇ ਹਰ ਚੀਜ਼ ਉੱਤੇ ਸਵਾਲ ਚੱਕੇ। ਹੁਣ ਜਿਵੇਂ ਜਿਵੇਂ ਉਹਨਾਂ ਨੇ ਚੀਜ਼ਾਂ ਉੱਤੇ ਸਵਾਲ ਚੱਕੇ ਕਿ ਜਿਵੇਂ ਕਿ ਆਪਣੀ ਆ ਜੋ ਸਿਸਟਮ ਚੱਲ ਰਿਹਾ, ਸਾਰੇ ਰਾਜਨੀਤੀ ਚੱਲ ਰਹੀ ਹੈ, ਇਦਾਂ ਦੀ ਕਿਉਂ ਆ, ਆਪਾਂ ਰਾਜੇ ਨੂੰ ਇੰਨੇ ਬੈਨੀਫਿਟ ਕਿਉਂ ਦਿੱਤੇ ਹੋਏ ਚੱਕ ਕੇ, ਠੀਕ ਹੈ, ਕਿ ਰਾਜਾ ਹੀ ਕਿਉਂ ਬੈਨੀਫਿਟ ਲੈ ਰਹੇ ਆ। ਤੇ ਇਹਦੇ ਇਲਾਵਾ ਜਿੰਨੇ ਵੀ ਆਪਣੇ ਦਾਰਸ਼ਨਿਕ ਲੋਕ ਸੀ, ਜਿੰਨੇ ਵੀ ਆਪਣੇ ਫਿਲਾਸਫਰ ਸੀਗੇ, ਦਾਰਸ਼ਨਿਕ ਜਾਂ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਫਿਲਾਸਫਰ ਕਹਿੰਦੇ ਆ, ਇਹਨਾਂ ਨੇ ਬਹੁਤ ਸਾਰੀ ਚੀਜ਼ਾਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਜਿਵੇਂ ਕਿ ਇਨਸਾਫ ਕੀ ਹੁੰਦਾ, ਇਨਸਾਫ ਜਾਂ ਜਸਟਿਸ ਆਪਾਂ ਕਿਹਨੂੰ ਕਹਿੰਦੇ ਆ, ਠੀਕ ਹੈ। ਇਹਦੇ ਇਲਾਵਾ ਆਪਣਾ ਸਮਾਨਤਾ ਦਾ ਮਤਲਬ ਕੀ ਹੁੰਦਾ, ਇਕੁਐਲਿਟੀ ਦਾ ਮਤਲਬ ਕੀ ਹੁੰਦਾ। ਇਹਦੇ ਇਲਾਵਾ ਆਜ਼ਾਦੀ ਹੁੰਦੀ ਕੀ ਹੈ, ਠੀਕ ਹੈ। ਇਹਦੇ ਇਲਾਵਾ ਦੇਖੋ ਜਿਹੜਾ ਆਪਣਾ ਧਰਮ ਹੈ, ਧਰਮ ਦਾ ਕੀ ਆਪਣੀ ਜ਼ਿੰਦਗੀ ਤੇ ਪੋਲਿਟਿਕਸ ਵਿੱਚ, ਖਾਸ ਕਰ ਰਾਜਨੀਤੀ ਵਿੱਚ ਕੀ ਰੋਲ ਹੋਣਾ ਚਾਹੀਦਾ, ਤੇ ਆਪਾਂ ਨੂੰ ਕੀ ਚੀਜ਼ਾਂ ਨੂੰ ਧਰਮ ਨਿਰਪੱਖ ਬਣਾਉਣਾ ਚਾਹੀਦਾ ਹੈ ਜਾਂ ਧਰਮ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ। ਇਦਾਂ ਦੀਆਂ ਹਰ ਚੀਜ਼ ਉੱਤੇ ਡਿਬੇਟ ਸ਼ੁਰੂ ਹੋਈ, ਗੱਲ ਸ਼ੁਰੂ ਹੋਈ ਕਿ ਆਪਾਂ ਕਿੱਦਾਂ ਕੀ ਕਰ ਸਕਦੇ ਹਾਂ। ਹੁਣ ਇਸੇ ਦੇ ਕਾਰਨ ਇੱਕ ਹੋਰ ਬੰਦੇ ਦਾ ਇੱਥੇ ਆਪਾਂ ਨੂੰ, ਜਿਹੜਾ ਇੱਕ ਆਪਣੇ ਦਾਰਸ਼ਨਿਕ ਫਿਲਾਸਫਰ ਸੀਗੇ, ਮਤਲਬ ਉਹਨਾਂ ਦੇ ਬਾਰੇ ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਹੈ। ਉਹ ਸੀਗੇ ਤੁਹਾਡੇ ਮੌਂਟੇਸਕਿਊ। ਜਿਹੜੇ ਮੌਂਟੇਸਕਿਊ ਸੀਗੇ, ਇਹਨਾਂ ਤੁਹਾਡੇ ਅੱਜ ਦੇ ਜਿਹੜਾ ਫਰਾਂਸ ਹੈ ਉੱਥੋਂ ਦੇ ਦਾਰਸ਼ਨਿਕ ਫਿਲਾਸਫਰ ਸੀਗੇ ਤੁਹਾਡੇ। ਇਹਨਾਂ ਨੇ ਇੱਕ ਸੋਚ ਦਿੱਤੀ, ਇਹਨਾਂ ਨੇ ਦੱਸਿਆ ਕਿ ਦੇਖੋ ਇੱਕ ਜਿਹੜਾ ਰਾਜਾ ਹੈ, ਰਾਜਾ ਤਾਨਾਸ਼ਾਹ ਕਿੱਦਾਂ ਬਣ ਜਾਂਦਾ ਹੈ। ਇਹਨਾਂ ਨੇ ਇਸ ਚੀਜ਼ ਦੀ ਸੋਚ ਦਿੱਤੀ, ਇੱਕ ਰਾਜਾ ਤਾਨਾਸ਼ਾਹ ਕਿੱਦਾਂ ਬਣ ਜਾਂਦਾ ਹੈ। ਇਹ ਸੋਚ ਇਹ ਸੀਗੀ, ਇੱਕ ਰਾਜਾ ਤਾਨਾਸ਼ਾਹ ਕਿੱਦਾਂ ਬਣਦਾ ਹੈ, ਕਿ ਜਦੋਂ ਇੱਕ ਰਾਜੇ ਨੂੰ ਤੁਸੀਂ ਦੇਖੋ, ਇੱਕ ਸਰਕਾਰ ਦੇ ਅੰਦਰ 3 ਹਿੱਸੇ ਹੁੰਦੇ, ਇੱਕ ਸਰਕਾਰ ਦੇ 3 ਹਿੱਸੇ ਹੁੰਦੇ ਆ। ਸਰਕਾਰ ਦੇ ਕੋਈ ਵੀ, ਜਿਹਨੂੰ ਆਪਾਂ ਸਰਕਾਰ ਕਹਿੰਦੇ ਆ, ਸਰਕਾਰ ਦੇ 3 ਹਿੱਸੇ ਹੁੰਦੇ ਆ। 3 ਹਿੱਸੇ ਕਿਹੜੇ ਹੁੰਦੇ, ਜੇ ਤੁਹਾਨੂੰ ਪਤਾ ਹੈ ਤਾਂ ਕਮੈਂਟ ਕਰਕੇ ਦੱਸੋ। ਸਰਕਾਰ ਦੇ 3 ਅੰਗ, ਇਹ 3 ਅੰਗ ਹੈਗੇ ਆ ਕਾਰਜਕਾਰੀ, ਵਿਧਾਨਕ ਤੇ ਨਿਆਂਪਾਲਿਕਾ। ਇਹ 3 ਕਾਰਜਕਾਰੀ, ਵਿਧਾਨਿਕ
ਤੇ ਨਿਆਂਪਾਲਿਕਾ। ਕਾਰਜਕਾਰੀ ਦਾ ਮਤਲਬ ਹੈ ਕਿ ਜਿਹੜੇ ਤੁਹਾਡੇ ਕਾਨੂੰਨ ਨੂੰ ਲਾਗੂ ਕਰਨ ਵਾਲੇ, ਮੈਂ ਤੁਹਾਨੂੰ ਇਹ ਹੁਣੇ ਡਿਟੇਲ ਦੱਸਦਾ, ਇੱਕ ਵਾਰੀ ਇੱਥੇ ਲਿਖਦਾ ਬਸ। ਦੂਜੇ ਹੈਗੇ ਜਿਹੜੇ ਤੁਹਾਡੇ ਕਾਨੂੰਨ ਬਣਾਉਣ ਵਾਲੇ ਆ, ਕਾਨੂੰਨ ਬਣਾਉਣ ਲਈ। ਤੀਜਾ ਹੈਗਾ ਜਿਹੜੇ ਤੁਹਾਡੇ निर्णय फैसले करते हैं, निर्णय करना किस चीज उत्ते कि कानून सही बने या नहीं, ते लोग सही है या नहीं। हुण देखो थोड़े सरकार दे 3 अंग हुंदे आ, कार्यकारी, विधानिक ते थोड़ा न्यायपालिका। ਕਾਰਜਕਾਰੀ ਦਾ ਮਤਲਬ ਹੁੰਦਾ ਤੁਹਾਡੇ ਜਿਹੜੇ ਐਗਜ਼ੀਕਿਊਟਿਵ ਹੈ, ਜਿਹੜੇ ਪੇਪਰ ਦੀ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਸੀਐਸ ਦੇ, ਇਹ ਵੀ ਐਗਜ਼ੀਕਿਊਟਿਵ ਦੇ ਪੇਪਰ ਹੋਣਾ। ਤੁਸੀਂ ਕੱਲ ਜੀ ਸਿਲੈਕਟ ਹੁੰਨੇ ਹੋ ਤਾਂ ਤੁਸੀਂ ਇਸ ਤੋਂ ਬਾਅਦ ਇਹੀ ਚੀਜ਼ ਦੀ ਸਰਵਿਸ ਕਰਨੀ ਹੈ ਕਿ ਕਿਸ ਤਰੀਕੇ ਨਾਲ ਤੁਹਾਡੇ ਕਾਨੂੰਨ ਲਾਗੂ ਕੀਤੇ ਜਾ ਸਕਦੇ ਆ। ਵਿਧਾਨਿਕ ਦਾ ਮਤਲਬ ਕੀ ਹੋਇਆ? ਵਿਧਾਨਿਕ ਦਾ ਮਤਲਬ ਹੋਇਆ ਤੁਹਾਡੇ ਜਿਹੜੇ ਵੀ ਲੈਜਿਸਲੇਚਰ ਹੈ, ਜਿਵੇਂ ਤੁਹਾਡੀ ਪਾਰਲੀਮੈਂਟ ਹੋ ਗਈ ਹਰ ਸਟੇਟ ਦੇ ਅੰਦਰ, ਤੁਹਾਡੀ ਸਟੇਟ ਅਸੈਂਬਲੀ ਵਿਧਾਨ ਸਭਾ ਹੋ ਗਈ, ਇਹ ਸਾਰੇ ਦੀ ਸਾਰੇ ਇਹ ਕਾਨੂੰਨ ਬਣਾਉਂਦੇ ਆ ਬਹਿ ਕੇ। ਇਸ ਤੋਂ ਬਾਅਦ ਤੁਹਾਡੀ ਜੁਡੀਸ਼ਰੀ, ਜੋ ਕਾਨੂੰਨ ਸਹੀ ਬਣੇ ਜਾਂ ਨਹੀਂ ਉਹਨੂੰ ਵੀ ਜੱਜ ਕਰਦੇ ਆ, ਕਾਨੂੰਨ ਸਹੀ ਤਰੀਕੇ ਨਾਲ ਲਾਗੂ ਹੋ ਰਿਹਾ ਜਾਂ ਨਹੀਂ ਉਹਨੂੰ ਵੀ ਜੱਜ ਕਰਦੇ ਆ, ਤੇ ਲੋਕਾਂ ਨੂੰ ਉਸ ਕਾਨੂੰਨ ਦੇ ਬੇਸਿਸ ਤੇ ਜੱਜ ਕਰਕੇ ਸਜ਼ਾ ਵੀ ਸੁਣਾਉਂਦੇ ਆ। ਤੇ ਇਹ ਸਾਰੇ ਦੇ ਸਾਰੀ ਚੀਜ਼ਾਂ ਇਹਦੇ ਨਾਲ ਹੈ, ਠੀਕ ਹੈ। ਹੁਣ ਜਿਹੜੀ ਚੀਜ਼ ਹੈ, ਤੁਹਾਡੇ ਮੌਂਟੈਸਕਿਊ ਨੇ ਇਹੀ ਦੱਸਿਆ ਕਿ ਇੱਕ ਰਾਜਾ ਤਾਨਾਸ਼ਾਹ ਕਦੋਂ ਬਣਦਾ ਹੈ? ਜਦੋਂ ਆਪਾਂ ਚੱਕ ਕੇ ਉਹਨੂੰ ਇਹ ਤਿੰਨੋਂ ਪਾਵਰ ਫੜਾ ਦਿੰਨੇ ਆ। ਜਦੋਂ ਆਪਾਂ ਉਹਨੂੰ ਤਿੰਨੋਂ ਹਿੱਸੇ ਫੜਾਤੇ, ਅਗਲੇ ਨੂੰ ਤਾਂ ਸਾਰੀ ਹੀ ਸ਼ਕਤੀ ਮਿਲ ਗਈ, ਠੀਕ ਹੈ। ਹੁਣ ਜਦੋਂ ਅਗਲੇ ਨੂੰ ਸਾਰੀ ਦੀ ਸਾਰੀ ਹੀ ਸ਼ਕਤੀ ਮਿਲ ਗਈ ਆ, ਦੇਖੋ ਜਦੋਂ ਕਿਸੇ ਨੂੰ ਥੋੜੀ ਬਹੁਤੀ ਸ਼ਕਤੀ ਮਿਲਦੀ ਹੈ ਤਾਂ ਉਹੀ ਬੰਦਾ ਤੁਹਾਡਾ ਭ੍ਰਸ਼ਟ ਹੋ ਜਾਂਦਾ, ਉਹੀ ਤੁਹਾਡਾ ਬੰਦਾ ਕਰਪਸ਼ਨ ਕਰਨ ਲੱਗ ਜਾਂਦਾ, ਭ੍ਰਸ਼ਟ ਹੋ ਜਾਂਦਾ। ਜਿਹਨੂੰ ਪੂਰਨ ਸ਼ਕਤੀ ਮਿਲ ਗਈ, ਸਾਰੀਆਂ ਸ਼ਕਤੀਆਂ ਮਿਲ ਗਈਆਂ, ਉਸ ਬੰਦੇ ਦਾ ਸੋਚੋ ਕੀ ਹੋਊਗਾ। ਜਿਹਨੂੰ ਪੂਰਨ ਸ਼ਕਤੀਆਂ ਮਿਲ ਗਈਆਂ ਉਹ ਤੁਹਾਡਾ ਬਿਲਕੁਲ ਹੀ ਭ੍ਰਸ਼ਟ ਹੋ ਜਾਊਗਾ। ਉਹ ਤਾਂ ਬਿਲਕੁਲ ਹੋਣਾ ਹੀ ਹੈ, ਤਾਂ ਹੀ ਤਾਂ ਅਗਲੇ ਤਾਨਾਸ਼ਾਹ ਬਣ ਜਾਂਦੇ। ਸਾਰੀ ਹਰ ਚੀਜ਼ ਲਈ ਤਾਂ ਜੀ ਹਜ਼ੂਰੀ ਉਸ ਬੰਦੇ ਦੀ ਹੋ ਰਹੀ ਹੈ। ਤਾਂ ਇਸੇ ਲਈ ਮੌਂਟੈਸਕਿਊ ਨੇ ਕਿਹਾ ਕਿ ਜੇ ਤੁਸੀਂ ਇੱਕ ਚੰਗਾ ਸਿਸਟਮ ਬਣਾਉਣਾ ਚਾਹੁੰਦੇ ਹੋ, ਆ ਜਿਹੜੇ 3 ਅੰਗ ਹੈ ਤੁਹਾਡੀ ਸਰਕਾਰ ਦੇ, ਇਹਨਾਂ ਸ਼ਕਤੀਆਂ ਦਾ ਦੀ ਵੰਡ, ਇਹਨਾਂ ਤਿੰਨੋਂ ਸ਼ਕਤੀਆਂ ਦੀ ਵੰਡ ਕਰੋ, ਠੀਕ ਹੈ। ਤਿੰਨੋਂ ਸ਼ਕਤੀਆਂ ਦੀ ਵੰਡ ਕਰੋ, ਯਾਨੀ ਕਿ ਐਗਜ਼ੀਕਿਊਟਿਵ ਅੱਡ ਹੋਣ, ਤੁਹਾਡੇ ਲੈਜਿਸਲੇਟਿਵ ਕਾਨੂੰਨ ਬਣਾਉਣ ਵਾਲੇ ਅੱਡ ਹੋਣ, ਤੇ ਉਹਨਾਂ ਦੇ ਫੈਸਲਾ ਸੁਣਾਉਣ ਵਾਲੇ ਅੱਡ ਹੋਣ, ਤਿੰਨੋਂ ਸਰਕਾਰ ਦੇ ਆਰਗਨ ਚਲਾਉਣ ਵਾਲੇ ਲੋਕ ਅੱਡ ਹੋਣ। ਇਸੇ ਤਰੀਕੇ ਨਾਲ ਹੀ ਤੁਹਾਡੀ ਇੱਕ ਚੰਗੀ ਸਰਕਾਰ ਬਣ ਸਕਦੀ ਹੈ, ਠੀਕ ਹੈ। ਇਸੇ ਤਰੀਕੇ ਨਾਲ ਹੀ ਤੁਹਾਡੀ ਚੰਗੀ ਸਰਕਾਰ ਬਣ ਸਕਦੀ ਹੈ। ਤੇ ਇਸ ਤੋਂ ਬਾਅਦ ਇਹਨਾਂ ਵਿੱਚੋਂ ਕੋਈ ਜ਼ਿਆਦਾ ਤਾਕਤਵਰ ਹੋਣ ਦੀ ਕੋਸ਼ਿਸ਼ ਨਾ ਕਰੇ। ਕਿੱਦਾਂ ਦਾ ਤ੍ਰਿਕੋਣ ਤਿਆਰ ਕਰੋ ਜਿੱਥੇ ਕਿੱਦਾਂ ਦਾ ਸਿਸਟਮ ਹੋਵੇਗਾ, ਤਿੰਨੋਂ ਜਿਹੜੇ ਹੈਗੇ ਆ ਇਹਨਾਂ ਵਿੱਚ ਇੱਕ ਆਪਾਂ ਚੈੱਕ ਅਤੇ ਬੈਲੈਂਸ ਦਾ ਸਿਸਟਮ ਬਣਾ ਸਕੀਏ। ਇਹਨਾਂ ਦੇ ਵਿੱਚ ਆਪਾਂ ਇੱਕ ਚੈੱਕ ਤੇ ਬੈਲੈਂਸ ਦੀ ਪ੍ਰਣਾਲੀ ਬਣਾ ਸਕੀਏ। ਫਿਰ ਇਹਦੇ ਨਾਲ ਹੋਊਗਾ ਕਿ ਇਹਨਾਂ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਜ਼ਿਆਦਾ ਤਾਕਤਵਰ ਕਰਨ ਦੀ ਕੋਸ਼ਿਸ਼ ਕਰੂਗਾ, ਬਾਕੀ ਦੋ ਨੂੰ ਥੱਲੇ ਖਿੱਚ ਦੇਣਗੇ। ਤੇ ਤਿੰਨੋਂ ਇੱਕ ਦੂਜੇ ਤੇ ਜਦੋਂ ਨਜ਼ਰ ਰੱਖ ਕੇ ਬੈਠੇ ਹੋਏ ਆ, ਕਦੀ ਵੀ ਤੁਹਾਡੇ ਸਿਸਟਮ ਨਾਲ ਗਲਤ ਨਹੀਂ ਹੋਊਗਾ। ਇੱਕ ਬਿਲਕੁਲ ਸਹੀ ਤਰੀਕੇ ਨਾਲ ਤੁਹਾਡਾ ਸਾਰਾ ਦਾ ਸਾਰਾ ਸਿਸਟਮ ਹਮੇਸ਼ਾ ਕੰਮ ਕਰਦਾ ਰਹੂਗਾ। ਤਾਂ ਇੱਕ ਬੰਦੇ ਨੂੰ ਪਾਵਰ ਦੇਣ ਦੀ ਜਗ੍ਹਾ 3 ਹਿੱਸਿਆਂ ਵਿੱਚ ਵੰਡ ਕੇ ਉਹਨਾਂ ਨੂੰ ਚਲਾਉਣ ਦੇ ਲੋਕੀ ਅੱਡ-ਅੱਡ ਕਰ ਦੋ। ਇਸ ਤਰੀਕੇ ਨਾਲ ਆਪਾਂ ਇਹ ਕੰਮ ਕਰੀਏ, ਠੀਕ ਹੈ। ਹੁਣ ਅੱਗੇ ਜਿਹੜਾ ਆਪਣਾ ਅੱਜ ਦਾ ਆਖਰੀ ਟੌਪਿਕ ਆ ਉਹ ਹੈਗਾ ਕਿ ਆਪਣਾ ਸੰਵਿਧਾਨ ਕੀ ਹੁੰਦਾ। ਆਪਣਾ ਸੰਵਿਧਾਨ ਕੀ ਹੈ ਤੇ ਕੀ ਕਰਦਾ ਆਪਣੇ ਲਈ।
देखो जो अपना संविधान है, अपना संविधान का मतलब अपना जो कॉन्स्टिट्यूशन ऑफ इंडिया, कॉन्स्टिट्यूशन कोई भी देश, संविधान कोई भी देश बना सकता है, जरूरी नहीं है कि जेडे सिर्फ लोकतंत्र है वही संविधान बनाएंगे, कोई भी बना सकता है। हुण जिहड़ा संविधान होगा एक अपने आप सिर्फ हैगी कहण नूं, सिर्फ एक नियम दी किताब है, लिखे तो अपने ही लोगों ने है ना इहदे अंदर। तो हुण देखो हुंदा की है, कई बारी जिवें तुहानूं नॉर्थ कोरिया या चीन बारे दसां, जिहड़ा चीन है, चीन दे अंदर भी तुहाडा संविधान हैगा, उत्थे भी कॉन्स्टिट्यूशन हैगा, पर चीन का संविधान अपने उन्होंने की कानून बनाया कि सिर्फ इक्को पार्टी का ही राज हो सकता है, बाकी होर कोई पोलिटिकल पार्टी जित नहीं सकती। तो फिर वोट पाने का फायदा की होया, जो तुहानूं पता ही इक्को पार्टी नहीं जितना, तो कहण नूं इलैक्शन हुंदे उत्थे तां ਇਹਦੇ ਇਲਾਵਾ सब कुछ ਉਹੀ ਇੱਕੋ पार्टी कंट्रोल करती है, सब कुछ ਇੱਕੋ चीज़ ਹੁੰਦੀ है। ਤਾਂ ਉਹਨਾਂ ਨੇ ਆਪਣੇ ਸੰਵਿਧਾਨ 'ਚ ਲਿਖਤਾ, ਤਾਂ ਸੰਵਿਧਾਨ ਗਰੰਟੀ ਨਹੀਂ ਕਰਦਾ ਕਿ ਤੁਹਾਡਾ ਦੇਸ਼ ਲੋਕਤੰਤਰ ਹੀ ਹੋਊਗਾ। ਕਦੀ ਇਹ ਤੁਹਾਨੂੰ ਪੇਪਰ ਵਿੱਚ ਸਟੇਟਮੈਂਟ ਆ ਜਾਏ, ਇਸ ਚੀਜ਼ ਨੂੰ ਯਾਦ ਰੱਖਿਓ, ਸੰਵਿਧਾਨ ਹੋਣਾ ਕੋਈ ਗਰੰਟੀ ਨਹੀਂ ਹੁੰਦੀ। ਇਸੇ ਕਾਰਨ ਕਈ ਇਦਾਂ ਦੇ ਵੀ ਦੇਸ਼ ਹੈ ਜਿੱਥੇ ਸੰਵਿਧਾਨ ਲਿਖਿਆ ਨਹੀਂ ਹੋਇਆ, ਉਹ ਵੀ ਲੋਕਤੰਤਰ ਆ। ਇਦਾਂ ਦੇ ਦੋ ਤਰੀਕੇ ਦੇ ਲੋਕਤੰਤਰ ਨੂੰ ਆਪਾਂ, ਇੱਕ ਹੋ ਗਏ ਥੋੜੇ ਲਿਖਤੀ ਲੋਕਤੰਤਰ ਜਿੱਥੇ ਥੋੜਾ ਸੰਵਿਧਾਨ ਲਿਖ ਦਿੱਤਾ ਗਿਆ, ठीक है, ਇਹਦੇ एग्जाम्पल जिवें अपना भारत ही हो गया, ठीक है, अपना भारत हो गया, अपना USA हो गया, ये सारे के सारे जिहड़े थोड़े देश है, इत्थे लिखती कानून है, एक लिखती किताब एग्जिस्ट करती है, आपां एक प्रॉपर किताब लिखती है, ते उन्हों ही आपां मनदे हुए सारी चीज़ां चला रहे हैं। हुण जदों आपां किसी चीज़ नूं लिख दिंदे हैं, जदों आपां एक किताब ही लिखती, इस कारण जिहड़ा अपना संविधान है ना, जिहड़ा अपना संविधान है, अपने सिस्टम में सब तो ज्यादा शक्तिशाली ही है, सब तो शक्तिशाली ही है, क्योंकि यही फैसला करूगा। देखो हुण जो तुसीं किताब लिखती, किताब दे अंदर तुसीं ये भी लिख दोगे एग्जीक्यूटिव की किहड़ी-किहड़ी पावर है, लैजिस्लेटिव की किहड़ी-किहड़ी पावर है, जुडिशरी की किहड़ी-किहड़ी पावर है, तो अपने आप ही ये सारे तो एक दायरे के अंदर बंद हो गए कि बस इन्ने इन्ने दे अंदर ही काम कर सकते हैं, ठीक है, ये तो बाहर नहीं। जिवें अपने संसद भी है, कुछ भी है, वो एक बाउंड्री तो बाहर कानून नहीं बना सकते, उन्होंने भी एक सीमा लिमिट तय की हुई है, इसलिए अपनी मन मर्जी नाल कोई भी कानून नहीं बना सकते, उन्होंने संविधान मनना पैंदा। इदा ही देश हुंदे आ जिथे अणलिखित लोकतंत्र होया, अणलिखित लोकतंत्र होया, जे इहदा सब तो वड्डा एग्जाम्पल है थोड़ा बरतानिया। बरतानिया सब तो वड्डा एग्जाम्पल किवें, जिवें तुहानूं दस्सिया उत्थे उन्हां दी कोई डेट थोड़ी है कदों डेमोक्रेसी आई, तो उन्होंने कभी कुछ लिखिया ही नहीं कि साडी डेमोक्रेसी लोकतंत्र हैगा या नहीं है। इसे कारण उन्हां दी जिहड़ी संसद है, यही उन्हां दे देश दे अंदर सब तो ज्यादा शक्तिशाली है, क्योंकि अज भी उही उदां ही काउंसल ही कानून बना रहे हैं जो चल रहा है। मतलब हुण बस इलैक्शन होण लग गए अपने इत्थे, अपने पर सब तो ज्यादा संविधान शक्तिशाली है। ये सीगा पूरा तो पूरा पॉलिटी का पहला लैक्चर। अगे होर आपां हजे लोकतंत्र बारे गल करांगे। ये सीगा इहदा लैक्चर। थैंक यू।